ਬਿਲਕੁਲ ਨਹੀਂ, ਥੁੱਕ ਕੇ ਚੱਟਣ ਨਾਲ ਗਰਾਫ ਉੱਪਰ ਥੋੜ੍ਹਾ ਜਾ ਸਕਦਾ। ਇਹ ਸਰਕਾਰ ਨੇ ਥੁੱਕ ਕੇ ਚੱਟਿਆ, ਇਹਨਾਂ ਦਾ ਗਰਾਫ ਹੋਰ ਥੱਲੇ ਜਾਊ। ਜਦੋਂ ਆਪਾਂ ਕਿਸੇ ਨਾਲ ਮਾੜਾ ਕਰੀਏ ਤਾਂ ਇੰਨੀ ਛੇਤੀ ਲੋਕੀ ਭੁੱਲ ਜਾਣਗੇ। ਜਿਨ੍ਹਾਂ ਦੇ ਦਿਲਾਂ ਤੇ ਬੀਤੀਆਂ ਉਹਨਾਂ ਨੂੰ ਪਤਾ ਨਾ। ਅਸੀਂ ਤਾਂ ਆਪਣੇ ਸਾਧੂ ਸੀ, ਖੇਤਾਂ 'ਚ ਸਾਡੀ ਭਗਤੀ ਉੱਥੇ ਅਸੀਂ ਕਰ ਰਹੇ ਹਾਂ। ਇਹਨਾਂ ਸਾਨੂੰ ਸੜਕਾਂ 'ਤੇ ਇੰਨੇ ਦਿਨ ਰੋਲਣ ਨੂੰ ਹੋ ਗਏ ਆ, ਇੰਨੀ ਛੇਤੀ ਤਾਂ ਨਹੀਂ ਭੁੱਲਦੇ। ਆਉਣ ਵਾਲੇ ਸਮੇਂ ਦੇ ਮੁਤਾਬਕ ਇਹਨਾਂ ਦਾ ਖੂਨ ਟੈਸਟ ਕਰਕੇ ਫਿਰ ਇਹਨਾਂ ਨੂੰ ਖੜੇ ਹੋਣ ਨੂੰ ਚਾਹਾਂਗੇ। ਖੂਨ ਟੈਸਟ ਕਰਾਂਗੇ। ਇਹ ਸਾਰੇ ਚਿੱਟੇ ਖੂਨ ਵਾਲੇ ਉੱਥੇ ਬੋਲਦੇ ਕੋਈ ਨਹੀਂ। 2.5-3 ਮਹੀਨੇ ਹੋ ਗਏ ਮੇਰਾ ਕਿਤੇ 100 ਕੇ ਨਹੀਂ ਦੇਖਿਆ। ਮਤਲਬ ਸਾਨੂੰ ਦਿਸਣ ਅਸੀਂ ਦੇਖਦੇ ਵੀ ਗਾਂ ਸਾਡਾ ਕੀ ਭਵਿੱਖ ਬਣਨਾ। ਚਲੋ ਮੰਨ ਲਓ ਵੀ ਜਿੱਤ ਹੋਈ ਆ, ਇਹ ਭਗਵੰਤ ਮਾਨ ਨੇ ਕੋਈ ਸਾਨ ਨਹੀਂ ਕੀਤਾ। ਇਹ ਲੋਕਾਂ ਦੀ ਏਕੇ ਦੀ, ਇਲਾਕੇ ਦੀ ਏਕੇ ਦੀ, ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਸਾਰਿਆਂ ਨੇ ਰਲ ਮਿਲ ਕੇ ਸੰਘਰਸ਼ ਕੀਤਾ। ਪਰ ਜਿਹੜਾ ਕਹਿੰਦੇ ਨੇ ਸੁਣੀਦਾ ਵੀ ਪਿੱਛੋਂ ਧਾੜ ਵੀ ਆਉਂਦੇ ਹੁੰਦੇ, ਪਰ ਪੰਜਾਬ ਖੜ ਜਾਂਦਾ ਸੀ। ਪੰਜਾਬੀਆਂ ਨੇ ਦੱਸਦਾ ਵੀ ਹਲੇ ਕੋਈ ਖੂਨ ਸਾਡੇ ਵਿੱਚ ਉਹੀ ਆ। ਠੀਕ ਆ, ਸਾਡੇ 94-92 ਜਿਹੜੇ ਇਹਨਾਂ ਦੇ ਵਿੱਚ ਆ ਉਹਨਾਂ ਦਾ ਖੂਨ ਪਤਲਾ ਹੋ ਗਿਆ, ਪਰ ਸਾਨੂੰ ਤਾਂ ਸਮਝ ਤੋਂ ਬਾਅਦ। ਇਹ ਪੋਸਟਰ ਲਾਉਣ ਬਾਰੇ ਕੀ ਸੋਚਦੇ ਹੋ? ਇਹ ਪੋਸਟਰ ਲਿਥ ਜਾਊਗਾ ਹੁਣ? ਪਾਲਿਸੀ ਵਾਪਸ ਹੋ ਗਈ ਹੈ ਇਸ ਕਰਕੇ, ਜਾਂ ਫਿਰ ਇਹ ਹੁਣ ਤੁਹਾਡੇ ਪਿੰਡ ਦਾ ਕਲਚਰ ਹੀ ਬਣ ਗਿਆ ਵੀ ਨਾ ਹੀ ਆਵੇ ਕੋਈ? ਨਹੀਂ, ਇਦਾਂ ਨਹੀਂ ਲੈਂਦਾ ਬਾਈ, ਇਹ ਲਿਥੂਗਾ ਕੋਈ ਗੱਲ ਨੂੰ ਲਿਥੂ। ਕਿਉਂਕਿ ਆਉਣ ਵਾਲੇ ਸਮੇਂ 'ਚ ਬਹੁਤ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ। ਇਹ ਨਾ ਸੋਚੋ ਵੀ ਅੱਜ ਪਾਲਿਸੀ ਰੱਦ ਹੋ ਗਈ, ਕਿਉਂਕਿ ਸਰਕਾਰਾਂ ਤੋਂ ਘੁੰਡਿਆ ਇਹਨਾਂ ਨੇ ਤਾਂ ਇਹ ਤਾਂ ਖਾਣ ਆਇਓ ਆ। ਇਹਨਾਂ ਨੇ ਰਾਸਤਾ ਹੋਰ ਲੱਭ ਲੈਣਾ ਕੋਈ। 2 ਮਹੀਨੇ ਸਾਡੀ ਕਿਸੇ ਨੇ ਬਾਤ ਪੁੱਛੀ ਪਿੰਡਾਂ ਜਾਣ ਕੇ? ਕਿਸੇ ਨੇ ਨਹੀਂ ਪੁੱਛੀ। ਜਦੋਂ ਸਾਡਾ ਏਕਾ ਬਣ ਗਿਆ, ਸਾਡਾ ਇਕੱਠ ਹੋਣ ਲੱਗ ਪਿਆ, ਤੇ ਅੱਜ ਸਾਨੂੰ ਕਦੀ ਕੋਈ MLA ਫੋਨ ਕਰਦਾ, ਕਦੀ ਕੋਈ। ਅਸੀਂ ਆਈਏ, ਸਾਨੂੰ ਪੁੱਛ ਕੇ ਦੇਖੋ ਲੋਕਾਂ ਦੇ ਏਕੇ ਦੀ। ਇਹ ਰੰਗ ਬਹੁਤ ਸੋਹਣਾ ਕਰ ਲੈਂਦੇ ਆ, ਕਿਉਂਕਿ ਮੈਨੂੰ ਲੱਗਦਾ ਇਹ ਕਿਤੇ ਪਿਛਲੇ ਜਨਮ ਵਿੱਚ ਹੈ ਨਾ ਪੇਂਟਰ ਹੋਣਾ, ਤੇ ਕੁੱਚੀ ਫੜ ਕੇ ਇਹ ਰੰਗ ਰੂੰਗ ਕਰਦਾ ਹੋਣਾ, ਤੇ ਇਸੇ ਕਰਕੇ ਇਹਨਾਂ ਦੇ ਸੁਪਨੇ 'ਚ ਆ ਗਿਆ ਵੀ ਅਸੀਂ ਬਾਹਰੋਂ ਚਮਕਾ ਦੇਈਏ। ਖਰੇ ਸਭ ਕੁਛ ਮਤਲਬ ਇਹੋ ਨੇ। ਕੋਈ ਚਾਹ ਪੱਤੀ ਵੀ ਚੋਰ ਹੁੰਦੀ ਸਰਕਾਰ, ਖੰਡ ਚੋਰ ਵੀ ਹੁੰਦੀ ਆ, ਲੂਣ ਤਾਂ ਹੀ ਇਹਨਾਂ ਨੇ ਉੱਥੇ ਨਹੀਂ ਛੱਡਿਆ। ਇਸ ਕਹਿੰਦੇ ਪੱਕੀਆਂ ਰੋਟੀਆਂ ਵੀ ਪੁਲਿਸ ਮੁਲਾਜ਼ਮ ਖਾ ਗਏ। ਉਹ ਰੋਟੀ ਕਿਸਾਨਾਂ ਦੀ ਖਾਧੀ, ਉਹ ਕਿਸਾਨਾਂ ਦਾ ਖਾ ਕੇ ਵੀ ਹਰਾਮ ਕਰ ਗਿਆ। ਜਿਹੜਾ ਲੈ ਲਈਏ ਅਕਲਮੰਦੀ ਦਾ ਕੰਮ ਆ, ਪਰ ਜਦ ਤੱਕ ਨੋਟੀਫਿਕੇਸ਼ਨ ਵਾਪਸ ਨਹੀਂ ਲੈਂਦੇ ਉਦੋਂ ਤਾਈਂ ਖੁਸ਼ੀਆਂ ਨਹੀਂ ਮਨਾਉਣੀਆਂ। ਭਗਵੰਤ ਮਾਨ ਨੂੰ ਅਸੀਂ ਅੱਗੇ ਬਹੁਤ ਸੁਣਦੇ ਸੀ, ਹੁਣ ਤੋਂ ਉਹਦੀ ਨਾ ਵੀਡੀਓ ਦੇਖ ਕੇ ਇੰਨਾ ਗੁੱਸਾ ਆਉਂਦਾ, ਹੱਦ ਤੋਂ ਵੱਧ ਆਉਂਦਾ। ਇਹ ਤਾਂ ਕਹਿੰਦੇ ਹੁਣ ਮੋਰੇ ਸਿਆਲ ਆ ਜਾਣਾ, ਕੱਪੜੇ ਜਿਹੜੇ ਮੋਟੇ ਸੰਭਾਲਣ। ਜਿਹੜੇ ਸਾਡੇ NRI ਆ ਜਾਂ ਜਿਹੜੇ ਸਾਡੇ ਘਰਾਂ ਦੇ ਵਿੱਚ ਬੈਠੇ ਆ, ਕਹਿੰਦੇ ਸੀ ਨਾ ਸਾਡੀ ਜ਼ਮੀਨ ਮਾਂ ਆ, ਉਹਨਾਂ ਨੂੰ ਸਾਡੀ ਬੇਨਤੀ ਆ ਤੁਹਾਡੇ ਚੈਨਲ ਰਾਹੀਂ ਵੀ ਉਹ ਆਪਣੀ ਮਾਂ ਨੂੰ ਵੇਚੋ ਨਾ। ਹੁਣ ਜਿਹੜੇ ਬਾਹਰ ਬੈਠੇ ਕਮੈਂਟ ਪੜ੍ਹਦੇ ਆ NRI, ਖਿੱਚ ਕੇ ਰੱਖੋ ਕੰਮ। ਖਿੱਚਣਾ ਮਾਮਾ ਉਹ ਇੱਥੇ ਸੰਗਲ ਪਾ ਕੇ ਅਸੀਂ, ਤੁਸੀਂ ਟਿਕਟਾਂ ਲਾਓ, ਆਓ ਆਪਣੀ ਲੜਾਈ ਲੜੋ। ਇਹ ਨਸਲਾਂ ਦੀ ਆ, ਫਸਲਾਂ ਦੀ ਆ, ਅਜਾੜੇ ਦੀ ਆ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖ ਸੁਣ ਰਹੇ ਹੋ ਤੁਸੀਂ। ਅਕਸਰ ਆਪਾਂ ਇੱਕ ਗੱਲ ਸਟੇਜਾਂ ਤੋਂ ਕਹਿੰਦੇ ਆ, ਸੁਣਦੇ ਆ ਕਿ ਸੰਘਰਸ਼ ਕਰਦੇ ਲੋਕਾਂ ਦੀ ਅਕਸਰ ਜਿੱਤ ਹੁੰਦੀ ਹੈ। ਉਸੇ ਦੀ ਤਸਵੀਰ ਤੁਸੀਂ ਮੇਰੇ ਪਿੱਛੇ ਖੜੇ ਹੋਏ ਲੋਕਾਂ ਦੇ ਚਿਹਰੇ ਦੇ ਉੱਪਰ ਆਈ ਹੋਈ ਮੁਸਕਾਨ ਤੋਂ ਦੇਖ ਸਕਦੇ ਹੋ। ਸੰਘਰਸ਼ ਕਰਦੇ ਹੋਏ ਲੋਕਾਂ ਦੀ ਜਿੱਤ ਹੋਈ ਹੈ। ਪੰਜਾਬ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਪਾਲਿਸੀ 2025 ਲਿਆ ਕੇ ਖੂਬ ਪ੍ਰਚਾਰੀ, ਉਸ ਤੋਂ ਬਾਅਦ ਜਦੋਂ ਹਲਕਾ ਜਿਹਾ ਵਿਰੋਧ ਹੋਣਾ ਸ਼ੁਰੂ ਹੋਇਆ, ਫਿਰ ਸੋਧ ਤੇ ਸੋਧ ਕੀਤੀ, ਪਰ ਸੋਧਾਂ ਵੀ ਕਿਸਾਨਾਂ ਨੂੰ ਪਸੰਦ ਨਹੀਂ ਆਈਆਂ ਤਾਂ ਕਿਸਾਨ ਸੜਕਾਂ ਤੇ ਉਤਰੇ। ਕਿਸਾਨਾਂ ਨੇ ਹਰ ਤਰੀਕੇ ਦਾ ਹੀਲਾ ਵਰਤਿਆ ਸਰਕਾਰ ਦੀ ਗੋਡਣੀ ਲਵਾਉਣ ਦੇ ਲਈ, ਤੇ ਹੋਇਆ ਉਹੀ ਜੋ 2020-21 ਦੇ ਸੰਘਰਸ਼ ਦੇ ਦੌਰਾਨ ਮੋਦੀ ਦੇ ਨਾਲ ਹੋਇਆ ਸੀ। ਮੋਦੀ ਇਹ ਕਹਿ ਕੇ ਛੁੱਟਦਾ ਹੈ ਕਿ ਸਾਡੀ ਤਪੱਸਿਆ 'ਚ ਕਮੀ ਰਹਿ ਗਈ, ਅਸੀਂ ਅਸਫਲ ਰਹੇ ਤੁਹਾਨੂੰ ਸਮਝਾਉਣ ਦੇ ਵਿੱਚ। ਤੇ ਉਹੀ ਪੋਸਟਾਂ ਹੁਣ ਪਾਈਆਂ ਜਾ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਪੇਜ ਤੇ ਹੁਣੇ ਇੱਕ ਪੋਸਟ ਪਈ ਹੈ ਜਿਸ 'ਚ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨ ਹਿਤੈਸ਼ੀ ਹੈ, ਅਸੀਂ ਕਿਸਾਨਾਂ ਦੇ ਖਿਲਾਫ ਜਾ ਕੇ ਕੋਈ ਕੰਮ ਨਹੀਂ ਕਰਦੇ। ਜੇਕਰ ਤੁਸੀਂ ਖਿਲਾਫ ਜਾ ਕੇ ਕੋਈ ਕੰਮ ਨਹੀਂ ਕਰਦੇ ਤਾਂ ਪਾਲਿਸੀ ਬਣਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਵੱਡੇ IAS ਆਫੀਸਰ ਜਦੋਂ ਭਰਤੀ ਹੁੰਦੇ ਨੇ, ਉਹਨਾਂ ਦੀਆਂ ਕੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਇਹ ਚੀਜ਼ ਨੂੰ ਨਾਪਣ ਦੇ ਲਈ ਕਿ ਉਹ ਮਾਨਸਿਕ ਤੌਰ ਤੇ ਕਿੰਨੇ ਤਿਆਰ ਨੇ ਵਿਚਰਨ ਦੇ ਲਈ ਲੋਕਾਂ ਦੇ ਵਿੱਚ ਤੇ ਪਾਲਿਸੀਆਂ ਘੜਨ ਦੇ ਲਈ। ਉਹ ਪਾਲਿਸੀ ਇੰਨੀ ਨਾਕਾਮ ਕਿਵੇਂ ਹੋ ਜਾਂਦੀ ਹੈ ਕਿ ਪੂਰੇ ਪੰਜਾਬ 'ਚ ਰੋਹ ਆ ਜਾਂਦਾ ਹੈ। ਅੱਜ ਆਪਾਂ ਇਹਨਾਂ ਦੇ ਨਾਲ ਜਿੰਨੇ ਵੀ ਇੱਥੇ ਲੋਕ ਮੌਜੂਦ ਨੇ, ਕਿਸਾਨ ਮੌਜੂਦ ਨੇ, ਇਹਨਾਂ ਨੂੰ ਪੰਜਾਬੀ ਰੇਡੀਓ USA ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਜਦੋਂ ਤੋਂ ਪਾਲਿਸੀ ਦਾ ਵਿਰੋਧ ਸ਼ੁਰੂ ਹੋਇਆ। ਅੱਜ ਇਹਨਾਂ ਦੇ ਨਾਲ ਇਸ ਪਾਲਿਸੀ ਦੇ ਵਾਪਸ ਹੋਣ ਬਾਰੇ ਘੱਟ ਗੱਲ ਕਰਾਂਗੇ, ਪਰ ਇਹ ਜਾਣਾਂਗੇ ਕਿ ਇਹ ਪਾਲਿਸੀ ਜਿਹੜੀ ਵਾਪਸ ਹੋਈ ਹੈ, ਇਹਨਾਂ ਨੂੰ ਕੀ ਲੱਗਦਾ ਕਿ ਕਿਤੇ ਦੁਬਾਰਾ ਤਾਂ ਨਹੀਂ ਆਜੂ ਜਿੱਦਾਂ 8 'ਚ ਆਈ ਸੀ, ਫਿਰ 13 'ਚ ਆ ਗਈ, 13 'ਚੋਂ ਗਈ, ਫਿਰ 25 'ਚ ਆ ਗਈ। ਹੁਣ ਅੱਗੇ ਦਾ ਖਰਚਾ ਹੈ, ਇਹ ਨਾ ਹੋਵੇ ਸਰਕਾਰ 65,000 ਤੋਂ ਹੁਣ ਕੁਝ ਹਜ਼ਾਰ ਤੇ ਆ ਜਾਵੇ, 500 ਏਕੜ ਕਰਕੇ ਲੈਣਾ ਸ਼ੁਰੂ ਕਰ ਦੇਵੇ। ਬਾਈ ਸੁਖਬੀਰ ਸਿੰਘ ਕੁੱਕੜ ਪਿੰਡ ਹੋਣੀ, ਇਹਨਾਂ ਦਾ ਸੰਘਰਸ਼ ਹੈ, ਇਹਨਾਂ ਨੇ ਬਹੁਤ ਸੰਘਰਸ਼ ਕੀਤਾ, ਸਾਰੇ ਪਿੰਡ ਨੇ ਬਹੁਤ ਸੰਘਰਸ਼ ਕੀਤਾ, ਆਲੇ ਦੁਆਲੇ ਦੇ 6 ਪਿੰਡਾਂ ਨੇ, ਇਹਨਾਂ ਦੇ ਕੋਲੋਂ ਜਾਣਦੇ ਆ। ਬਾਈ ਜਿਹੜੇ ਟਾਈਮ ਪਾਲਿਸੀ ਵਾਪਸ ਹੋਣ ਦਾ ਸੁਨੇਹਾ ਆਇਆ, ਯਕੀਨ ਆਉਂਦਾ? ਨਹੀਂ, ਹੱਲੇ ਨਹੀਂ ਜੀ। ਸਮਾਂ 4 ਵਜੇ ਦਾ ਸੀ ਨਾ। ਅੱਛਾ, 4 ਵਜੇ ਤੋਂ ਬਾਅਦ ਯਕੀਨ ਨਹੀਂ। ਚਲੋ ਯਕੀਨ ਤਾਂ ਪਹਿਲਾਂ, ਕਿਉਂਕਿ ਜਿਹੜਾ ਇਹ ਸਰਕਾਰ ਆ ਬਿਲਕੁਲ ਝੂਠੀ ਸਰਕਾਰ ਆ।
ਪਰ ਹੁਣ ਜਿਹੜਾ ਇਹ ਐਲਾਨ ਹੋਇਆ ਇਹ 4 ਵਜੇ ਤੋਂ ਬਾਅਦ ਦਾ ਆ। ਪਰ ਜਿੰਨਾ ਚਿਰ ਅਸੀਂ ਜਿੰਨੇ ਵੀ ਪਹਿਲੀ ਗੱਲ ਤਾਂ ਜੇ ਜਿੱਤ ਵੀ ਹੋਈ ਆ, ਚਲੋ ਮੰਨ ਲਓ ਵੀ ਜਿੱਤ ਹੋਈ ਆ, ਇਹ ਭਗਵੰਤ ਮਾਨ ਨੇ ਕੋਈ ਸਾਨ ਨਹੀਂ ਕੀਤਾ, ਇਹ ਲੋਕਾਂ ਦੀ ਏਕੇ ਦੀ, ਇਲਾਕੇ ਦੀ ਏਕੇ ਦੀ, ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਸਾਰਿਆਂ ਨੇ ਰਲ ਮਿਲ ਕੇ ਸੰਘਰਸ਼ ਕੀਤਾ ਤੇ ਇਹ ਵਾਪਸ ਹੋਈ ਆ। ਪਰ ਅਸੀਂ ਲੋਕਾਂ ਨੂੰ ਇਹ ਬੇਨਤੀ ਕਰਦੇ ਕਿਉਂਕਿ ਇਹਨਾਂ ਦਾ ਸਰਕਾਰਾਂ ਦਾ ਕੋਈ ਯਕੀਨ ਨਹੀਂ ਹੁੰਦਾ ਸਾਨੂੰ, ਕਿਉਂਕਿ ਜੋ ਸੰਘਰਸ਼ ਚੱਲਦਾ ਸਰਕਾਰਾਂ ਬਹੁਤ ਕੋਝੀਆਂ ਚਾਲਾਂ ਚੱਲਦੀਆਂ। ਕਈ ਵੇਲੇ ਦੇਖੋ ਪਿੰਡਾਂ 'ਚ ਸਰਵੇ ਹੋ ਰਹੇ ਆ, ਮਤਲਬ ਲੋਕਾਂ ਦਾ ਧਿਆਨ ਭਟਕਾਉਣ ਨੂੰ ਕਈ ਕੁਛ ਕਰ ਸਕਦੇ ਆ, ਆਪਾਂ ਇਹਨਾਂ ਤੇ ਯਕੀਨ ਨਹੀਂ ਕਰ ਸਕਦੇ ਕਿਉਂਕਿ ਜੇ ਇਹਨਾਂ ਦਾ ਪਾਲਿਸੀ ਲਿਆਉਣ ਦੇ ਮਗਰ ਸਾਡੇ ਕੋਈ ਅਰਬਨ ਸਟੇਟ ਬਣਾ ਕੇ ਸਾਨੂੰ ਖੁਸ਼ਹਾਲ ਕਰਨਾ ਨਹੀਂ ਸੀ। ਇਹਨਾਂ ਦਾ ਮਸਲਾ ਇਹ ਧਾੜ ਵੀ ਨਹੀਂ, ਜਿੱਦਾਂ ਪੁਰਾਣੇ ਆਉਂਦੇ ਧਾੜ ਵੀ ਆਏ ਸੀਗੇ, ਲੁੱਟਣ ਆਏ ਸੀ, ਪਰ ਜਿਹੜਾ ਕਹਿੰਦੇ ਨੇ ਸੁਣੀਦਾ ਸੀ ਵੀ ਪਿੱਛੋਂ ਧਾੜ ਵੀ ਆਉਂਦੇ ਹੁੰਦੇ, ਪਰ ਪੰਜਾਬ ਖੜ ਜਾਂਦਾ ਸੀ। ਪੰਜਾਬੀਆਂ ਨੇ ਦੱਸ ਦਿੱਤਾ ਵੀ ਹਲੇ ਕੋਈ ਖੂਨ ਸਾਡੇ ਵਿੱਚ ਉਹੀ ਆ, ਠੀਕ ਆ। ਸਾਡੇ 94-92 ਜਿਹੜੇ ਇਹਨਾਂ ਦੇ ਵਿੱਚ ਆ ਉਹਨਾਂ ਦਾ ਖੂਨ ਪਤਲਾ ਹੋ ਗਿਆ, ਪਰ ਜਿਹੜੇ ਸਾਡੇ ਪਿੰਡਾਂ ਵਿੱਚ ਸੰਘਰਸ਼ੀ ਲੋਕ ਬੈਠੇ ਆ ਇਹ ਬਿਲਕੁਲ ਤਕੜੇ ਆ। ਪਰ ਜਿੰਨਾ ਚਿਰ ਇਹ ਲਿਖਤੀ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੁੰਦਾ, ਨੰਬਰ 2 ਤੇ ਸਾਡੀਆਂ ਜਥੇਬੰਦੀਆਂ ਜੋ ਕਰਨਗੀਆਂ, ਕਿਉਂਕਿ ਦੇਖੋ ਸਾਡੇ ਲੀਡਰ ਆਗੂ ਚਲੋ ਠੀਕ ਹੈ ਇਹ ਕਹਿੰਦਾ ਵੀ ਇਹ ਕਿਸਾਨ ਇਹਨਾਂ ਨੂੰ ਕੀ ਪਤਾ, ਪਰ ਸਾਡੇ ਆਗੂ ਬਹੁਤ ਸਹਿਰਦੇ ਆ। ਮਤਲਬ ਜਿਹੜੀ ਇਹ ਲੜਾਈ ਵੀ ਹੋਈ ਪੜਾਅ ਦਰ ਪੜਾਅ ਨਾ, ਮਤਲਬ ਲੋਕੀ ਸਹਿ ਸੋਚ ਲੈਂਦੇ ਆ ਵੀ ਅੱਜ ਟਰੈਕਟਰ ਮਾਰਚ ਕਰਤਾ, ਅੱਜ ਮੋਟਰਸਾਈਕਲ ਮਾਰਚ ਕਰਤਾ, ਇਹ ਵੀ ਇੱਕ ਲੜਾਈ ਦਾ ਰਸਤਾ ਹੁੰਦਾ। ਮਤਲਬ ਜੋ ਲੜਾਈ ਨੂੰ ਭਖਾਉਣਾ ਹੋਵੇ ਲੋਕਾਂ ਨੂੰ, ਦੇਖੋ ਪਹਿਲੇ ਦਿਨ ਅਸੀਂ 10 ਬੰਦੇ ਸੀ, ਅੱਜ ਸਾਡੇ ਨਾਲ ਇਲਾਕਾ ਖੜਾ ਹੋ ਗਿਆ। ਹੋ ਸਕਦਾ ਭਗਵੰਤ ਕਿਉਂਕਿ ਰਿਪੋਰਟਾਂ CID ਦੇ ਲੋ 10-15 ਬੰਦੇ ਸਾਡੇ ਪਿੰਡ ਤੇ ਉਹਨਾਂ ਨੇ ਲਾਇਓ ਸੀ, ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਵੀ ਲੋਕੀ ਹੁਣ ਜਾਗ ਚੁੱਕੇ ਆ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿਆਂ, ਹੋਮ ਮਿਨਿਸਟਰੀ ਵਾਲੇ ਵੀ ਤੁਰੀ ਫਿਰਦੇ ਸੀ, ਉਹ ਪੁੱਛ ਰਹੇ ਸੀ ਵੀ ਕਿਹੜਾ ਲੀਡਰ ਆਇਆ ਸੀ ਇੱਥੇ, ਕਿਹਨੇ ਆ ਕੇ ਸ਼ਮੂਲੀਅਤ ਕੀਤੀ ਸਟੇਜ ਤੇ, ਗੱਡੀ 'ਚ ਚੜ੍ਹ ਕੇ ਕੌਣ ਬੋਲਿਆ, ਇਹ ਤੱਕ ਪੁੱਛ ਕੇ ਗਏ ਨੇ। ਦੇਖੋ ਜੀ ਚਲੋ ਪਤਾ ਨਹੀਂ, ਹੁਣ ਚਲੋ ਅਸੀਂ ਦਿੱਲੀ ਤੱਕ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਸੋਚਦੇ ਵੀ ਖਰੇ ਅਸੀਂ ਖਤਮ ਕਰ ਦਿੱਤੇ, ਪਰ ਇਹ ਖਤਮ ਨਹੀਂ ਹੋਣੇ। ਦੇਖੋ ਜੀ ਜਿਹੜਾ ਇਹ ਨਾ ਮਤਲਬ ਅਣਖੀ ਲੋਕ ਆ, ਸਾਡਾ ਖੂਨ ਦੇ ਵਿੱਚ ਗੁਰੂ ਮਹਾਰਾਜ ਨੇ ਕਿਹਾ ਸੀ ਨਾ ਵੀ ਮਤਲਬ ਕਹਿੰਦੇ ਸੀ ਨਾ ਵੀ 96 ਕਰੋੜ ਖਾਲਸਾ ਬਣਨਾ, ਤੇ ਲੋਕੀ ਕਹਿੰਦੇ 96 ਕਰੋੜ ਖਾਲਸਾ ਕਿੱਦਾਂ ਬਣੂਗਾ। ਮਹਾਰਾਜ ਕਹਿੰਦੇ ਇਦਾਂ ਦੀ ਨੇਰੀ ਚਲਾ ਦਿਆਂਗੇ ਜਿਹਨੂੰ ਹਵਾ ਵੀ ਲੱਗੇ ਉਹ ਵੀ ਖਾਲਸਾ ਸਾਜੂਗਾ। ਇਹ ਇਦਾਂ ਦੀ ਕੌਮ ਆ, ਗੁਰੂ ਮਹਾਰਾਜ ਦੀ ਕਿਰਪਾ। ਪਰ ਅਸੀਂ ਮਾਰ ਪਤਾ ਕਿੱਥੋਂ ਖਾਂਦੇ, ਜਿਹੜੇ ਸਾਡੇ ਵਿੱਚ ਗਦਾਰ ਬੈਠੇ ਆ, ਇਹ ਜਿਹੜੇ ਲੀਡਰ ਸਾਹਿਬਾਨ ਪਤਾ ਨਹੀਂ ਜਦੋਂ ਦਾ ਪੋਲੀਟੀਕਲ ਤੋਂ ਨੌਨ ਪੋਲੀਟੀਕਲ ਹੁੰਦੇ ਉਦੋਂ ਤਾਂ ਬਹੁਤ ਵਧੀਆ ਗੱਲਾਂ ਕਰਦੇ ਆ, ਜਦੋਂ ਪੋਲੀਟੀਕਲ ਵੜ ਜਾਂਦੇ ਪਤਾ ਨਹੀਂ ਵੀ ਕੀ ਚੰਡੀਗੜ੍ਹ ਵਿੱਚ ਪਤਾ ਨਹੀਂ ਕੀ ਆ, ਸਾਨੂੰ ਤਾਂ ਸਮਝ ਤੋਂ ਬਾਹਰ। ਇਹ ਪੋਸਟਰ ਲਾਉਣ ਬਾਰੇ ਕੀ ਸੋਚਦੇ ਹੋ? ਇਹ ਪੋਸਟਰ ਲਿਥ ਜਾਊਗਾ, ਹੁਣ ਪਾਲਿਸੀ ਵਾਪਸ ਹੋ ਗਈ ਹੈ ਇਸ ਕਰਕੇ, ਜਾਂ ਫਿਰ ਇਹ ਹੁਣ ਤੁਹਾਡੇ ਪਿੰਡ ਦਾ ਕਲਚਰ ਹੀ ਬਣ ਗਿਆ ਵੀ ਨਾ ਹੀ ਆਵੇ ਕੋਈ? ਨਹੀਂ ਇਦਾਂ ਨਹੀਂ ਲੈਂਦਾ ਬਾਈ, ਇਹ ਲਿਥੂਗਾ ਕੋਈ ਗੱਲ ਨੂੰ ਲਿਥੂਗਾ। ਕਿਹੜੀ ਗੱਲ ਨੂੰ ਲਿਥੂ? ਗੱਲ ਮਤਲਬ ਜੇ ਸਰਕਾਰ ਝੁਕੂਗੀ ਸਾਰਾ ਕੁਝ ਕਰੂਗੀ ਨਾ ਸਰਕਾਰ ਦੀ, ਮਤਲਬ ਨਾ ਐ ਥੋੜੋ ਵੀ ਅੱਜ ਲਾ ਦਈਏ ਤੇ ਕੱਲ ਨੂੰ ਸਾਡੇ ਲੋਕਾਂ ਨੇ ਕਹਿਣਾ, ਕੋਈ ਲੋਕਾਂ ਇਹਨਾਂ ਦਾ ਕੀ ਪਤਾ, ਇਹ ਲੋਕੀ ਸਾਡੇ ਮੁੜ ਕੇ ਕਹਿਣ ਠੰਡੇ ਪੈ ਜਾਣ। ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਠੰਡੇ ਨਾ ਪਾਓ, ਕਿਉਂਕਿ ਆਉਣ ਵਾਲੇ ਸਮੇਂ 'ਚ ਬਹੁਤ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ। ਇਹ ਨਾ ਸੋਚੋ ਵੀ ਅੱਜ ਪਾਲਿਸੀ ਰੱਦ ਹੋ ਗਈ, ਕਿਉਂਕਿ ਸਰਕਾਰਾਂ ਤੋਂ ਘੁੰਡਿਆ ਇਹਨਾਂ ਨੇ ਤਾਂ, ਇਹ ਤਾਂ ਖਾਣ ਆਇਓ ਆ, ਇਹਨਾਂ ਨੇ ਰਾਸਤਾ ਹੋਰ ਲੱਭ ਲੈਣਾ ਕੋਈ। ਮਸਲਾ ਇਹ ਆ ਵੀ ਸਾਨੂੰ ਹੁਣ ਦੇਖੋ ਜਾਗਰੂਕ ਜੇ ਹੋਏ ਆ ਤੇ ਜਾਗਰੂਕ ਵੱਲੋਂ ਰਿਓ ਮੁੜ ਕੇ ਉਹੀ ਨਾ ਇਹਨਾਂ ਦੇ ਝੰਡੇ ਫੇਰ ਚੱਕਿਓ ਦੁਬਾਰਾ, ਠੀਕ ਆ। ਵੋਟਾਂ ਪਾਉਣੀਆਂ ਸਾਰਿਆਂ ਦਾ ਹੱਕ ਆ, ਪਰ ਹੁਣ ਦੇਖੋ ਸਾਡੇ ਨਾਲ ਕੋਈ ਖੜਿਆ ਪਹਿਲੇ ਦਿਨ ਸਾਨੂੰ 2.5 ਮਹੀਨੇ ਹੋ ਗਏ, 2 ਮਹੀਨੇ ਸਾਡੀ ਕਿਸੇ ਨੇ ਬਾਤ ਪੁੱਛੀ ਪਿੰਡਾਂ ਜਾਣ ਕੇ? ਕਿਸੇ ਨੇ ਨਹੀਂ ਪੁੱਛੀ। ਜਦੋਂ ਸਾਡਾ ਏਕਾ ਬਣ ਗਿਆ, ਸਾਡਾ ਇਕੱਠ ਹੋਣ ਲੱਗ ਪਿਆ, ਤੇ ਅੱਜ ਸਾਨੂੰ ਕਦੀ ਕੋਈ MLA ਫੋਨ ਕਰਦਾ, ਕਦੀ ਕੋਈ, ਅਸੀਂ ਆਈਏ ਸਾਨੂੰ ਪੁੱਛ ਕੇ ਦੇਖੋ ਲੋਕਾਂ ਦੇ ਏਕੇ ਦੀ। MLA ਨੂੰ ਅੱਜ ਤੋਂ 10-15 ਸਾਲ ਪਹਿਲਾਂ ਲੋਕੀ ਰਾਜਾ ਸਮਝਦੇ ਸੀ, ਪਰ ਅੱਜ ਉਹਨਾਂ ਦੀ ਇੰਨੀ ਹਾਲਤ ਪਤਲੀ ਹੋ ਚੁੱਕੀ ਆ, ਉਹ ਵਿਚਾਰੇ ਸਾਨੂੰ ਪੁੱਛਦੇ ਵੀ ਅਸੀਂ ਤੁਹਾਡੇ ਪਿੰਡ ਆਈਏ ਜਾਂ ਨਾ ਆਈਏ। ਇਹ ਕੀ ਆ? ਇਹ ਸਾਡੇ ਲੋਕਾਂ ਦਾ ਏਕਾ ਤੇ ਤੁਹਾਡੇ ਵਰਗੇ ਵੀਰਾਂ ਦਾ ਧੰਨਵਾਦ, ਕਿਉਂਕਿ ਜਿਹੜੀ ਲੜਾਈ ਆ ਪੰਜਾਬੀ TV USA, ਲੋਕ ਆਵਾਜ਼ TV ਤੇ PTC ਚੈਨਲ, ਇਹ ਤਿੰਨਾਂ ਚੈਨਲਾਂ ਨੇ ਸਾਡੀ ਲੜਾਈ ਨੂੰ ਸਿਖਰ ਤੇ ਪਹੁੰਚਾਇਆ। ਜੇ ਅੱਜ ਸਾਡਾ ਜਾਣੀ ਕਿ ਜਿੱਥੇ ਵੀ ਜਾਈਦਾ, ਜੇ ਕੁੱਕੜ ਪਿੰਡ ਜਾਂ ਇਲਾਕਾ ਕੋਟ ਕਲਾਂ ਜਿੰਨੇ ਵੀ 6 ਪਿੰਡ ਆ, ਜੇ ਨਾ ਆ, ਇਹ ਤੁਹਾਡੀ ਬਦੌਲਤ ਹੈ ਜੀ। ਨਹੀਂ, ਇਹ ਲੜਦੇ ਲੋਕਾਂ ਦੀ ਜਿੱਤ ਹੈ। ਸਰਦਾਰ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੁੰਦਾ ਮੈਂ, ਜਿਹੜੇ IAS ਲੌਬੀ ਦੇ ਵੱਡੇ ਅਫਸਰ ਬਣਦੇ ਨੇ, ਬਹੁਤ ਕੜੀ ਪ੍ਰੀਖਿਆ ਹੁੰਦੀ, ਫਿਰ ਉਸ ਪਦ ਤੱਕ, ਉਸ ਅਹੁਦੇ ਤੱਕ ਬੰਦਾ ਪਹੁੰਚਦਾ, ਤੇ ਉੱਥੇ ਬੈਠੇ ਬੰਦਿਆਂ ਨੂੰ ਜੁੰਡਲੀ ਕਹਿੰਦੇ ਮਾਰ ਲੈਂਦੀ ਹੈ ਸਿਆਸਤਦਾਨਾਂ ਦੀ ਥੋੜੀ ਜਿਹੀ ਜੁੰਡਲੀ ਜਿਹੜੀ ਹੁੰਦੀ ਹੈ, ਉਹ ਕਹਿੰਦੀ ਵੀ ਆਹ ਚੀਜ਼ ਸੂਈ ਦੇ ਨੱਕੇ ਥਾਣੀ ਨਿਗਾਉਣੀ ਹੈ, ਤੇ ਉਹਨਾਂ ਨੂੰ ਨਿਗਾਉਣੀ ਪੈਂਦੀ ਹੈ। ਕੀ ਇਹ ਗੱਲ ਇਸ ਪਾਲਿਸੀ ਤੇ ਢੁੱਕਦੀ ਹੈ ਵੀ ਇਹ ਉਹੀ ਚੀਜ਼ਾਂ ਹੋਈਆਂ ਨੇ ਕਿ ਸਿਆਸਤਦਾਨਾਂ ਨੇ ਜੋ ਕਿਹਾ, ਪੋਲੀਟੀਸ਼ੀਅਨਾਂ ਨੇ ਜੋ ਕਿਹਾ, ਥੱਲੇ ਬੈਠੇ ਅਫਸਰ ਜਿਹੜੇ ਪੰਜਾਬ ਨੂੰ ਚਲਾਉਂਦੇ ਨੇ, ਅਸਲ ਦੇ ਵਿੱਚ ਤਾਂ ਬਿਊਰੋਕ੍ਰੇਸੀ ਨੂੰ ਅਸਲੀ ਸਰਕਾਰ ਮੰਨਿਆ ਜਾਂਦਾ। 5 ਸਾਲ ਲਾ ਕੇ ਪੋਲੀਟੀਸ਼ੀਅਨ ਨੇ ਤਾਂ ਚਲੇ ਜਾਣਾ, ਬਿਊਰੋਕ੍ਰੇਸੀ ਨੇ ਆਪਣੀ ਪੂਰੀ ਜੌਬ ਕਰਨੀ ਹੈ। ਤਾਂ ਉਹਨਾਂ ਤੇ ਇਹ ਕੁੰਡਾ ਮੰਨ ਲਈਏ, ਫਿਰ ਇਹ ਕੁੰਡੇ ਦੇ ਕਰਕੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਬਾਅਦ 'ਚੋਂ ਰੋਹ ਵੀ ਉੱਠਦਾ ਲੋਕਾਂ ਦੇ ਅੰਦਰ। ਲੋਕ ਫਿਰ ਲੋਕਾਂ ਨੂੰ ਪਤਾ ਜਦੋਂ ਲੱਗਦਾ ਵੀ ਇਹ ਤਾਂ ਸਾਡੇ ਖਿਲਾਫ ਹੈ, ਇਹ ਉਹਨਾਂ ਪੋਲੀਟੀਸ਼ੀਅਨਾਂ ਨੂੰ, ਉਹਨਾਂ IAS ਅਫਸਰਾਂ ਨੂੰ ਜਿਹੜੇ ਇੰਨੀ ਮਿਹਨਤ ਕਰਕੇ ਬਣੇ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਗੁਰੂ ਮਹਾਰਾਜ ਨੇ ਕਿਹਾ ਹੈ, ਜਵੇ ਬਾਣ ਲੱਗੇ ਤਵੇ ਰੁੱਸ ਜਾਗੇ। ਇਹਨਾਂ ਲੋਕਾਂ ਨੇ ਸਾਨੂੰ ਇੱਕ ਸੁੱਤਿਆਂ ਨੂੰ ਮਤਲਬ ਇੱਕ ਵੀ ਜਗਾ ਦਿੱਤਾ, ਤੇ ਸਾਨੂੰ ਜਿਹਨਾਂ ਲੋਕਾਂ ਨੂੰ ਆਪਣੇ ਹੱਕਾਂ ਦਾ ਨਹੀਂ ਸੀ ਪਤਾ, ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਵੀ ਸਾਡੇ ਵਿੱਚ ਤਾਂ ਤਾਕਤ ਬਹੁਤ ਆ। ਇੱਕ ਸਭ ਤੋਂ ਵੱਡੀ ਗੱਲ ਇਹ ਹੋਈ ਆ, ਮੈਂ ਪਹਿਲਾਂ ਵੀ ਗੱਲ ਕਰ ਚੁੱਕੇ ਅਸੀਂ, ਵੀ ਸਾਡਾ ਭਾਈਚਾਰਾ ਜਿਹੜਾ ਮਜ਼ਬੂਤ ਹੋ ਗਿਆ। ਇਹ ਨਹੀਂ ਪਏ ਅਸੀਂ ਕਹਿੰਦੇ ਵੀ ਅਸੀਂ ਕਿਸਾਨ ਹੀ ਇਕੱਲੇ ਇਕੱਠੇ ਹੋ ਗਏ ਆ,
ਦੂਜੇ ਭਾਈਚਾਰਾ ਮਜ਼ਦੂਰ ਜਿਹੜੇ ਆ ਉਹ ਵੀ ਸਾਡੇ ਨਾਲ ਖੜੇ ਹੋ ਗਏ। ਤੁਸੀਂ ਦੇਖਣਾ ਪਿੰਡ ਪਿੰਡ ਵਿੱਚ ਲੋਕਾਂ ਨੇ ਗ੍ਰਾਮ ਵਿਕਾਸ ਗ੍ਰਾਮ ਸਭਾ ਦੇ ਮਤੇ ਪਾਤੇ ਇਸ ਪਾਲਿਸੀ ਖਿਲਾਫ। ਬਾਕੀ ਜਿਹੜੇ IAS ਅਫਸਰ ਆ ਏਸੀ ਦੇ ਥੱਲੇ ਬੈਠ ਕੇ ਆਪਣੇ ਪਾਲਿਸੀਆਂ ਬਣਾਉਂਦੇ ਆ। ਇਹ ਜਿਹੜੇ ਪੋਲੀਟੀਸ਼ੀਅਨ ਆ ਇਹ ਉਹਨਾਂ ਨੂੰ ਮੰਨ ਲਓ ਐਸੇ ਕਰਾਹੇ ਪਾਉਂਦੇ ਆ ਵੀ ਸਾਡਾ ਪੈਸਾ ਜਦੋਂ ਜ਼ਿਆਦਾ ਬਣੇ ਸਾਨੂੰ ਉਹ ਪਾਲਿਸੀਆਂ ਦੱਸੋ, ਤੇ ਇਹ IAS ਅਫਸਰ ਜਿਹੜੇ ਦੱਸਦੇ ਆ। ਹੁਣ ਤੁਸੀਂ ਸੁਣਦੇ IAS ਅਫਸਰ ਜਿਹੜੇ ਕੀ ਕੋਸ਼ਿਸ਼ ਕਰਦੇ ਆ, ਕਿੰਨੀਆਂ ਹੇਰਾ ਫੇਰੀ, ਕਿੰਨੇ ਲੁੱਟ ਕੇ ਲੋਕਾਂ ਨੂੰ ਖਾਈ ਜਾਂਦੇ ਆ, ਕਿੰਨਿਆਂ ਦੇ ਕੇਸ ਹਾਈ ਕੋਰਟ। ਤੁਸੀਂ ਪਿਛਲੇ ਦਹਾਕੇ 90 ਦੀ ਪਿਛਲੇ ਨਜ਼ਰ ਮਾਰ ਕੇ ਦੇਖ ਲਓ। ਹੁਣ ਤਾਂ ਹੀ ਕੇਸ ਚੱਲਦੇ, ਹੁਣ ਫੈਸਲੇ ਹੋਏ ਆ। ਜਿਹੜੇ ਘਰਾਂ ਤੋਂ ਨੌਜਵਾਨ ਲੜ ਕੇ ਘਰਾਂ ਤੋਂ ਕੱਢ ਕੇ ਮਾਰ ਦਿੱਤਾ, ਇਹਨਾਂ ਨੇ ਇਹੋ ਹੀ ਸਮਝਿਆ ਵੀ ਇਹ ਅੱਗੇ ਇੱਦਾਂ ਡਰਾ ਕੇ ਅਸੀਂ ਉਸ ਵੇਲੇ ਅਸੀਂ ਇੱਥੇ ਪੰਜਾਬ 'ਤੇ ਦਾਬਾ ਪਾ ਲਿਆ। ਦਾਬਾ ਨਹੀਂ ਪਾਇਆ। ਉਹ ਲੋਕ ਕੁਛ ਚਿਰ ਲਈ ਸ਼ਾਂਤ ਹੋ ਗਏ। ਉਸ ਤੋਂ ਬਾਅਦ ਦੁਬਾਰਾ ਫੇਰ ਉਹ ਜਾਗਿਆ। ਸਰਕਾਰਾਂ ਜਿਹੜੀਆਂ ਬਦਲਦੀਆਂ ਰਹੀਆਂ, ਪਰ ਆਹ ਸਰਕਾਰ ਇੱਦਾਂ ਦੀ ਹੋਣੀ ਆ ਇਹ ਕਿਸੇ ਸੁਪਨੇ ਵਿੱਚ ਵੀ ਨਹੀਂ ਦੱਸਿਆ, ਕਿਉਂਕਿ ਇਹਨਾਂ ਨੇ ਬੜੇ ਮਤਲਬ ਸੁਪਨੇ ਦਿਖਾਏ, ਅਸੀਂ ਆਹ ਕਰ ਦੇਵਾਂਗੇ, ਆਹ ਕਰ ਦੇਵਾਂਗੇ। ਹੁਣ ਤੁਸੀਂ ਜਲੰਧਰ ਹੀ ਲਾ ਲਓ, ਸਿਵਲ ਹਸਪਤਾਲ 'ਚ ਬੱਚੇ ਦਾਖਲ ਸੀ, ਆਕਸੀਜਨ ਤਾਂ ਹੀ ਨਹੀਂ ਉਹਨਾਂ ਨੂੰ ਮਿਲੀ। ਉਹਨਾਂ ਨੂੰ ਆਕਸੀਜਨ ਦੇ ਦਿਓ। ਕਿੰਨੇ ਹਸਪਤਾਲਾਂ 'ਚ ਇੱਕ ਜਨਾਨੀ ਜਣੇਪਾ ਜਿਹੜਾ ਉਹਦਾ ਸੜਕ ਦੇ ਵਿੱਚ ਹੀ ਹੋ ਗਿਆ, ਐਂਬੂਲੈਂਸ ਨਹੀਂ ਪਹੁੰਚੀ। ਸਿੱਖਿਆ ਕ੍ਰਾਂਤੀ, ਸਿਹਤ ਕ੍ਰਾਂਤੀ ਦੀ ਫੂਕ ਨਿਕਲ ਗਈ। ਸਿੱਖਿਆ ਕ੍ਰਾਂਤੀ ਤੇ ਤੁਸੀਂ ਪੁੱਛੋ ਹੀ ਨਾ, ਜਿੰਨੀ ਇਹਨਾਂ ਦੀ ਵਧੀਆ ਆ। ਇਹ ਰੰਗ ਬਹੁਤ ਸੋਹਣਾ ਕਰ ਲੈਂਦੇ ਆ, ਕਿਉਂਕਿ ਮੈਨੂੰ ਲੱਗਦਾ ਇਹ ਕਿਤੇ ਪਿਛਲੇ ਜਨਮ ਵਿੱਚ ਹੈ ਨਾ ਪੇਂਟਰ ਹੋਣਾ ਤੇ ਕੂਚੀ ਫੜ ਕੇ ਇਹ ਰੰਗ ਰੂੰਗ ਕਰਦਾ ਹੋਣਾ, ਤੇ ਇਸੇ ਕਰਕੇ ਇਹਨਾਂ ਦੇ ਸੁਪਨੇ 'ਚ ਆ ਗਿਆ ਵੀ ਅਸੀਂ ਬਾਹਰੋਂ ਚਮਕਾ ਦਈਏ, ਖਰੇ ਸਭ ਕੁਛ ਮਤਲਬ ਇਹੋ ਨੇ। ਅਸੀਂ ਆਪਣੇ ਪਿੰਡ ਦੀ ਗੱਲ ਦੱਸਦੇ, ਸਾਡੇ ਪਿੰਡ ਦੇ ਸਕੂਲ 'ਚ ਸਿਰਫ ਇੱਕੋ ਹੀ ਕਮਰਾ ਸਰਕਾਰੀ ਬਣਿਆ। ਅੱਛਾ ਜੀ। ਨਾ ਪ੍ਰਾਇਮਰੀ 'ਚ ਸਰਕਾਰ ਨੇ ਬਣਾਇਆ, ਨਾ ਹਾਈ ਦੇ ਵਿੱਚ ਬਣਾਇਆ। ਫਿਰ ਕਿਹਨੇ ਬਣਾਇਆ? ਸਾਰੇ ਪਿੰਡ ਦੇ ਸਾਡੇ NRI ਸਾਡੇ ਪਿੰਡ ਦੇ ਲੋਕਾਂ ਨੇ ਬਣਾਇਆ। ਤੇ ਇਹਨਾਂ ਨੇ ਇੱਕੋ ਕੰਮ ਕਰ ਦਿੱਤਾ। ਇੱਕ ਹੋਰ ਮੈਂ ਤੁਹਾਨੂੰ ਦੱਸਾਂ, ਐਜੂਕੇਸ਼ਨ ਨੂੰ ਕਹਿੰਦੇ ਅਸੀਂ ਬੜਾਵਾ ਦੇਣਾ, ਐਜੂਕੇਸ਼ਨ ਬਹੁਤ ਉੱਚੇ ਚੱਕਦੇ ਹਾਂ। ਸਾਡੇ ਪਿੰਡ ਦਾ ਸਕੂਲ ਨੋਟੀਫਿਕੇਸ਼ਨ ਹੋ ਗਿਆ ਵੀ +2 ਹੋ ਗਿਆ। ਆਉਂਦੇ ਸਰਕਾਰ ਨੇ ਇਹੋ ਕੰਮ ਕੀਤਾ, ਜਿੰਨੇ ਸਕੂਲ ਨੋਟੀਫਿਕੇਸ਼ਨ ਜਾਰੀ ਕੀਤੇ ਸਾਰੇ ਰੱਦ ਕਰ ਦਿੱਤੇ। ਟੀਚਰਾਂ ਨੂੰ ਤਨਖਾਹ ਨਹੀਂ ਮਿਲਦੀ, ਪੈਨਸ਼ਨਾਂ ਨੂੰ ਪੈਨਸ਼ਨ ਨਹੀਂ ਮਿਲਦੀ। ਮੁਲਾਜ਼ਮ ਜਿਹੜੇ ਕੱਚੇ ਆ ਜਿਹੜੇ ਆ ਉਹਨਾਂ ਨੂੰ ਪੱਕੇ ਨਹੀਂ ਕਰਦੇ। ਜਿਨ੍ਹਾਂ ਨੇ ਇਹਨਾਂ ਲਾਰਾ ਲਾਇਆ ਵੀ ਅਸੀਂ ਸਾਰਿਆਂ ਲਈ ਪੈਨਸ਼ਨ ਕਰਾਂਗੇ, ਉਹਨਾਂ ਨੂੰ ਨਹੀਂ ਮਿਲਦੀ। ਮੁਲਾਜ਼ਮਾਂ ਦਾ ਹੀ ਬੁਰਾ ਹਾਲ ਆ। ਮੁਲਾਜ਼ਮਾਂ ਨੂੰ ਇਸ ਤਰ੍ਹਾਂ ਜਿਹੜਾ ਕਿਤੇ ਮਾੜਾ ਜਿਹਾ ਵੀ ਸਿਰੀ ਚੱਕਦਾ ਉਹਨੂੰ ਚੱਕ ਕੇ ਉਦੋਂ ਉੱਥੇ ਉਹਨੂੰ ਥੱਲੇ ਦਵਾ ਦਿੰਦੇ। ਇਹ ਫਿਰ ਜੇ ਸਾਰੇ ਲੋਕ ਦੁਖੀ ਨੇ, ਫਿਰ ਕਿਸਾਨਾਂ ਨੂੰ ਧੱਕੇ ਨਾਲ ਕਿਉਂ ਖੁਸ਼ ਕਰਨਾ ਚਾਹੁੰਦੇ ਸੀ ਵੀ ਤੁਹਾਨੂੰ ਕਰੋੜਪਤੀ ਬਣਾਉਣਾ? ਕਿਸਾਨਾਂ ਨੇ ਹੁਣ ਕਰੋੜਪਤੀ ਇਹਨਾਂ ਨੂੰ ਬਣਾਉਣਾ ਹੁਣ ਚੰਗੀ ਤਰ੍ਹਾਂ। ਤੁਸੀਂ ਦੇਖ ਹੀ ਲਿਆ ਹੋਣਾ, ਇਹਨਾਂ ਨੂੰ ਪਿੰਡਾਂ ਵਿੱਚ ਬਣਨਾ ਬੰਦ ਕਰ ਦਿੱਤਾ। ਕਦੀ ਹੋਇਆ ਅੱਗੇ ਪਿੰਡੋਂ ਉਹਨੂੰ ਕੱਢਦੇ ਹੁੰਦੇ ਸੀ ਜਿਵੇਂ ਕੋਈ ਬਦਫੈਲੀ ਕੀਤੀ ਹੋਵੇ, ਉਹਦਾ ਕਾਲਾ ਮੂੰਹ ਕਰਕੇ ਕਹਿਣਾ ਪਿੰਡੋਂ ਬਾਹਰ ਕੱਢ। ਪੁਰਾਣੇ ਸਮੇਂ 'ਚ ਦੇਸ਼ ਨਿਕਾਲਾ ਦੇ ਦੇਸ਼ ਨਿਕਾਲਾ ਕਹਿ ਲਓ, ਕੁਛ ਵੀ ਕਹਿ ਲਓ। ਉੱਦਾਂ ਵੀ ਕੋਈ ਕ੍ਰਾਈਮ ਦਾ ਸਿਆਣੇ ਬੰਦੇ ਕਹਿੰਦੇ ਇਹਨੂੰ ਪਿੰਡੋਂ ਕੱਢ ਦਿਓ। ਅਸੀਂ ਇਹਨਾਂ ਨੂੰ ਪਿੰਡੋਂ ਕੱਢ ਦਿੱਤਾ। ਜਿਹੜੇ ਆਏ ਵੀ ਨਹੀਂ ਹਲੇ, ਜਿਹੜੇ ਆ ਪਿੰਡ ਹੈ। ਕੋਟ ਕਲਾਂ ਦੀ ਘਟਨਾ ਦਾ ਤੁਹਾਨੂੰ ਪਤਾ ਹੀ ਹੋਣਾ, ਪੈਂਫਲੇਟ ਇਹਨਾਂ ਦੇ ਸਾਰੇ ਜਿਹੜੇ ਸਮਝਾਉਣ ਆਏ ਸੀਗੇ ਉਹਨਾਂ ਨੂੰ ਸਮਝਾ ਦਿੱਤਾ ਸੀ। ਉਹ ਡਾਕਟਰ ਸਾਹਿਬ ਹੁਣ ਮੱਥੇ ਤੇ ਹੱਥ ਮਾਰਦੇ ਹੋਣਗੇ ਵੀ ਭਾਈ ਮੇਰੀ ਇੰਨੀ ਬੇਇੱਜ਼ਤੀ ਵੀ ਕਰਾਤੀ, ਪਾਲਿਸੀ ਵਾਪਸ ਲੈ ਲਈ। ਤੁਸੀਂ ਬੇਸ਼ਰਮ ਬੰਦਿਆਂ ਦੀ ਗੱਲ ਨਾ ਕਰਿਆ ਕਰੋ। ਬੇਸ਼ਰਮ ਜਿਹੜੇ ਹੋਣ ਉਹ ਤਾਂ ਮੈਂ ਹੁਣ ਇੱਥੇ ਆਵਾਜ਼ ਤੇ ਉਹ ਮਤਲਬ ਗੱਲ ਕਹਿਣੀ ਨਹੀਂ ਚਾਹੁੰਦਾ ਵੀ ਉਹ ਕਹਿੰਦੇ ਚੱਲ ਸ਼ਾਮਾਂ ਹੀ ਬਿਠਾਂਗੇ ਇਹਨਾਂ ਦੇ। ਇਹ ਇਹਨਾਂ ਦਾ ਹਾਲ ਉਹ ਆ। ਦੂਜੀ ਸੁਖਬੀਰ ਨੇ ਦੱਸ ਹੀ ਦਿੱਤਾ ਵੀ 4 ਵਜੇ ਤੋਂ ਬਾਅਦ 4 ਵਜੇ ਤੇ ਇਹਨੂੰ ਤਾਂ ਪਾਗਲ ਕਰ ਦਿੱਤਾ ਦਿੱਲੀ ਵਾਲਿਆਂ ਨੇ। ਸਿਰਫ ਇਹਦੇ ਅਸੀਂ ਜਿੰਨੇ ਬਿਆਨ ਸੁਣਦੇ ਹਨ, ਤੁਸੀਂ ਇੱਕ ਗੱਲ ਹੁਣ ਕੀਤੀ ਆ ਮੌਂਟੀ ਜੀ ਨੇ ਵੀ ਜਨਾਨੀਆਂ ਲਈ ਸਫ਼ਰ ਫ੍ਰੀ ਕਰ ਦਿੱਤਾ। ਉਹਨਾਂ ਵਿਚਾਰੀਆਂ ਖੜੀਆਂ ਰਹਿੰਦੀਆਂ ਘੰਟਾ ਸਰਕਾਰੀ ਬੱਸ ਉਡੀਕਦੇ ਨੇ, ਪ੍ਰਾਈਵੇਟ ਵਾਲਿਆਂ ਨੂੰ ਬਿਠਾਉਂਦੇ ਨਹੀਂ ਹੈਗੇ, ਹੈ ਨਾ। ਅਤੇ ਇਹੋ ਜਿਹੀਆਂ ਪਾਲਿਸੀਆਂ ਜਿਹੜੀਆਂ ਹੈਗੀਆਂ ਉਹ ਕਦੇ ਵੀ ਕਾਮਯਾਬ ਨਹੀਂ ਹੋਈਆਂ। ਆਹ ਜਿਹੜਾ ਰੋਜ਼ ਜੇ ਨਾ ਕਿਸਾਨ ਜਾਗਦੇ, ਇਹਨਾਂ ਨੇ ਇੰਨਾ ਬੁਰਾ ਹਾਲ ਕਰਨਾ ਜਿਹੜਾ ਰਹੇ ਰੱਬ ਦਾ, ਕਿਉਂਕਿ ਗਿੱਝ ਗਏ, ਇਹਨਾਂ ਨੂੰ ਆਦਤ ਪੈ ਗਈ। ਸ਼ੰਭੂ ਬਾਰਡਰ ਤੇ ਜੋ ਕੁਛ ਨਹੀਂ ਕੀਤਾ, ਕੋਈ ਚਾਹ ਪੱਤੀ ਵੀ ਚੋਰ ਹੁੰਦੀ ਸਰਕਾਰ, ਖੰਡ ਚੋਰ ਵੀ ਹੁੰਦੀ ਆ, ਲੂਣ ਤਾਂ ਹੀ ਇਹਨਾਂ ਨੇ ਉੱਥੇ ਨਹੀਂ ਛੱਡਿਆ। ਇਸ ਕਹਿੰਦੇ ਪੱਕੀਆਂ ਰੋਟੀਆਂ ਵੀ ਪੁਲਿਸ ਮੁਲਾਜ਼ਮ ਖਾ ਗਏ। ਉਹ ਰੋਟੀ ਕਿਸਾਨਾਂ ਦੀ ਖਾਧੀ, ਉਹ ਕਿਸਾਨਾਂ ਦਾ ਖਾ ਕੇ ਵੀ ਹਰਾਮ ਕਰ ਗਿਆ। ਤੁਸੀਂ ਕਿਸਾਨਾਂ ਦਾ ਜਦੋਂ ਆਪਾਂ ਕਹਿੰਦੇ ਉਹ ਭਾਈ ਗੁਰਦਾਸ ਜੀ ਨੇ ਗੁਰਬਾਣੀ 'ਚ ਲਿਖਿਆ ਵੀ ਚੋਰ ਕਿਤੇ ਚੋਰੀ ਕਰਨ ਗਿਆ, ਕਿਤੇ ਚੋਰੀ ਉਹਨੇ ਕਰ ਲਈ, ਜਾਂਦੇ ਉਹਨੇ ਕੁੱਜੇ 'ਚ ਹੱਥ ਮਾਰਿਆ ਜਾ ਕੇ। ਉਹ ਜਦ ਕੁੱਜੇ 'ਚ ਹੱਥ ਮਾਰਿਆ ਤਾਂ ਉੱਥੇ ਉਹਦੇ ਹਨੇਰਾ ਸੀਗਾ, ਉਹ 'ਚੋਂ ਜੋ ਚੀਜ਼ ਸੀ ਉਹ ਮੂੰਹ 'ਚ ਪਾ ਲਈ, ਉਹ ਲੂਣ ਨਿਕਲਿਆ।
ਉਹ ਚੋਰ ਜਿਹੜਾ ਹੈ ਨਾ ਉਹ ਐਸਾ ਇਮਾਨਦਾਰ ਨਿਕਲਿਆ, ਉਹ ਸਾਰਾ ਕੁਝ ਛੱਡ ਹੋਇਆ, ਕਹਿੰਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ। ਇਹ ਸਰਕਾਰ ਇਹ ਲੂਣ ਖਾ ਕੇ ਇਹਨਾਂ ਨੂੰ ਭਾਵੇਂ ਜੋ ਮਰਜ਼ੀ ਦੇ ਦਿਓ, ਇਹਨਾਂ ਨੇ ਹਰਾਮ ਇਹ ਤਾਂ ਕਰਨਾ ਟਰਾਲੀ ਖਾ ਗਏ ਜੀ, ਤੁਸੀਂ ਲੋਨ ਦੀ ਗੱਲ ਕਰਦੇ ਨਾ। ਕੁੱਤੇ ਦੀਆਂ ਪੁੱਛਾਂ ਕਦੀ ਸਿੱਧੀਆਂ ਹਾਂਜੀ ਹਾਂਜੀ। ਸਰਪੰਚ ਸਾਹਿਬ ਤੁਸੀਂ ਕੀ ਕਹਿੰਦੇ ਹੋ, ਹਾਲੇ ਪਿੰਡ 'ਚ ਬੋਰਡ ਲੱਗਾ ਰੱਖੋਗੇ? ਪਿੰਡ 'ਚ ਬੋਰਡ ਲੱਗੇ ਰਹਿਣਾ ਜੀ, ਜਿੰਨੇ ਚਿਰ ਵੋਟਾਂ ਨਹੀਂ ਅਗਲੀਆਂ ਆਉਂਦੀਆਂ। ਅੱਛਾ। ਉਹਨਾਂ ਨੂੰ ਦਿਖਾਇਆ ਕਰਨਾ ਕਿ ਯਾਨੀ ਆਹ ਕਿਹੜਾ ਕਰਤੂਤ ਕੀਤੀ ਹੈ ਜੀ, ਇਹ ਜ਼ਰੂਰ ਸ਼ੀਸ਼ੇ 'ਚ ਜੜੋਗੇ? ਹਾਂਜੀ, ਇਹ ਇਤਿਹਾਸਕ ਚੀਜ਼ ਬਣ ਗਈ ਤੁਹਾਡੇ। ਇਤਿਹਾਸਕ ਹੈ ਜੀ, ਇਹਨੂੰ ਸ਼ੀਸ਼ੇ ਸਹੀ ਆਏ ਕਿਹਾ ਜੀ। ਠੀਕ ਹੈ ਜੀ। ਬਾਪੂ ਜੀ ਤੁਸੀਂ ਕੀ ਕਹਿੰਦੇ ਹੋ, ਤੁਸੀਂ ਤਾਂ ਗਵਾਂਢੀ ਰਹੇ ਹੋ ਮੁੱਖ ਮੰਤਰੀ ਸਾਹਿਬ ਦੇ, ਤੁਹਾਨੂੰ ਤਾਂ ਜ਼ਿਆਦਾ ਪਤਾ ਹੋਊ ਮੁੱਖ ਮੰਤਰੀ ਦਾ ਸੁਭਾਅ। 4 ਵਜੇ ਤੋਂ ਬਾਅਦ ਵਾਲੇ ਫੈਸਲੇ ਤੇ ਯਕੀਨ ਕਰਨਾ ਚਾਹੀਦਾ ਕਿ ਨਹੀਂ? ਮੈਂ ਤਾਂ ਨਹੀਂ ਮੰਨਦਾ ਜੀ। 4 ਮਹੀਨੇ ਸਾਡੇ ਕੋਲ ਰਿਹਾ ਆ। ਸਵੇਰੇ 8 ਵਜੇ ਸੱਦ ਲੈਂਦਾ ਸੀ, 12 ਵਜੇ ਉੱਠਦਾ ਸੀ ਤੇ ਚਲੇ ਜਾਂਦੇ। ਸਾਨੂੰ ਤਾਂ 4 ਮਹੀਨਿਆਂ 'ਚ ਉਹਦੇ ਦਰਸ਼ਨ ਵੀ ਨਹੀਂ ਹੋਏ। ਹਾਂ ਜਿੰਨੇ ਮੇਰੇ ਵੀਰ ਧਰਨੇ ਵਾਲੇ ਸੀ ਉਹਨਾਂ ਦੇ ਦਰਸ਼ਨ ਜ਼ਰੂਰ ਹੁੰਦੇ ਸੀ। ਹਰ ਮੋੜ ਤੇ ਜਾਂ ਮਾਸਟਰ ਬੈਠੇ ਜਾਂ ਬਿਜਲੀ ਵਾਲੇ ਬੈਠੇ, ਧਰਨੇ ਜ਼ਰੂਰ ਲੱਗੇ ਹੁੰਦੇ। ਜੇ ਸਾਰੇ ਦੁਖੀ ਸੀ ਫਿਰ ਕਿਸਾਨਾਂ ਨੂੰ ਧੱਕੇ ਨਾਲ ਕਿਉਂ ਕਰੋੜਪਤੀ ਬਣਾਉਣ 'ਚ ਲੱਗੇ ਹੋਏ? ਨਹੀਂ, ਕਰੋੜਪਤੀ ਨਹੀਂ ਬਣਾਉਂਦਾ, ਉਹ ਆਪ ਬਣਨ ਨੂੰ ਤਿਆਰ ਸੀ, ਸਾਨੂੰ ਨਹੀਂ ਸੀ ਬਣਾਉਂਦਾ। ਇਹ ਤੁਹਾਨੂੰ ਭੁਲੇਖਾ ਆ। ਅਗਲੇ ਤਾਂ ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਜੋ ਮਰਜ਼ੀ ਰਵੇ, ਅਸੀਂ ਇਹ ਤੁਹਾਨੂੰ ਭੁਲੇਖਾ, ਸਾਨੂੰ ਕੋਈ ਨਹੀਂ ਸੀ ਬਣਾਉਂਦਾ। ਸਾਨੂੰ ਤਾਂ ਉਹ ਜਿਹੜੇ ਸਾਤੋਂ 6 ਨਾਲਾਂ ਨੂੰ ਰੱਖਣੀਆਂ ਸੀ ਨਾ, ਉਹ 6 ਨਾਲਾਂ ਜਿਹੜੀਆਂ ਆ ਉਹ ਮੁੜੇ ਗਹਿਣੇ ਕਰ ਲੈਣੀਆਂ ਕਿਸੇ ਪਾਰਟੀ ਕੋ, ਬੈਂਕਾਂ ਕੋ, 2 ਰੁਪਏ ਦੇ ਮੁੜੇ ਇਲੈਕਸ਼ਨ ਲੜਨੀ ਸੀ। ਕਹਿ ਲਈਏ ਵੀ ਲੈਂਡ ਬੈਂਕਿੰਗ ਕਰ ਲੈਣੀ ਸੀ। ਅੱਛਾ, ਤੁਸੀਂ ਤਾਂ ਦੇਸ਼ ਦੁਨੀਆ ਘੁੰਮੇ ਹੋ, ਤੁਸੀਂ ਦੇਖਿਆ ਕਿ ਕਿਤੇ ਇਹੋ ਜੀ ਲੌਬੀ ਹੋਵੇ, ਅਫਸਰਾਂ ਦੀ ਇਹੋ ਜੀ ਲੌਬੀ ਹੋਵੇ, ਸਿਆਸਤਦਾਨਾਂ ਦੀ, ਜਿਹੜੀ ਐ ਸਿੱਧਾ ਹੀ ਡਾਕੇ ਤੇ ਹੋ ਜਵੇ ਵੀ ਭਾਈ ਆਪਾਂ ਲੋਕਾਂ ਦੀ ਸਿੱਧੀ 65,533 ਏਕੜ ਜ਼ਮੀਨ ਇੱਕੋ ਵਾਰੀ ਚ ਲੈ ਲੈਨੇ ਆ। ਪਿਛਲੇ 25 ਸਾਲ ਦੇ ਵਿੱਚ 2000 ਸਨ ਤੋਂ ਹੁਣ ਤੱਕ ਤਾਂ ਸਿਰਫ 11,000 ਕੁਛ ਹੋਈ ਹੈ, ਉਹਦੇ ਵਿੱਚੋਂ ਵੀ 80% ਹਾਲੇ ਡਿਵੈਲਪ ਹੋਈ ਹੈ, 20% ਡਿਵੈਲਪ ਵੀ ਨਹੀਂ ਹੋਈ। ਫਿਰ ਇਹਨਾਂ ਨੇ 65,000 ਕਿਵੇਂ 3 ਸਾਲ ਦੇ ਵਿੱਚ ਡਿਵੈਲਪ ਕਰ ਲੈਣੀ ਸੀ? ਇਹਨੇ ਅੱਜ ਤਾਈਂ ਜਿਹੜਾ ਪਿਛਲੇ 3 ਸਾਲ ਲੰਘੇ ਆ, ਜਾਂ ਦਿੱਲੀ ਵਾਲੇ ਦੇ ਜਿਹੜੇ 10 ਸਾਲ ਲੰਘੇ ਆ, ਇੱਕ ਡਿਵੈਲਪਮੈਂਟ ਦਿੱਲੀ 'ਚ ਦਿਖਾਓ ਜਿਹੜੀ ਇਹਨੇ ਕੇਜਰੀਵਾਲ ਨੇ ਟਰਾਈ ਆ, ਜੇ ਇੱਥੇ ਟਰਾਈ ਆ। ਜਦ ਪਹਿਲਾਂ ਡਿਵੈਲਪਮੈਂਟ ਦਾ ਤਾਂ ਨਾ ਹੀ ਕੋਈ ਡਿਵੈਲਪਮੈਂਟ ਦਾ, ਉਹ ਡਿਵੈਲਪਮੈਂਟ ਨਹੀਂ ਅਸੀਂ ਕਹਿੰਦੇ। ਜੇ ਮੋਦੀ ਦਾ ਸੂਟ ਹੀ 2 ਕਰੋੜ ਦਾ ਬੈਠਦਾ ਆ, ਉਹ ਡਿਵੈਲਪਮੈਂਟ ਦੇਸ਼ ਨੂੰ ਕੀ ਮਿਲਿਆ, ਸਾਨੂੰ ਕੀ ਮਿਲਿਆ? ਅਸੀਂ ਤਾਂ ਇਹ ਦੇਖਣਾ ਜਿਹੜੇ ਸਾਡੇ ਬੱਚੇ ਇੱਥੇ ਪੜ੍ਹਦੇ ਆ, ਉਹ ਪੜ੍ਹ ਕੇ ਨੌਕਰੀ ਲੱਭਦੇ ਜਾਂ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਆ, ਉਹਦੇ ਵਾਸਤੇ ਇਹਨੇ ਕਿਹੜੀ ਪਾਲਿਸੀ ਬਣਾਈ ਆ? ਦੱਸੋ ਮੈਨੂੰ, ਕਿੰਨੇ ਗਵਰਨਮੈਂਟ ਦੇ ਕਾਲਜ ਆ? ਕਿ ਜੇ ਅੱਜ ਤੁਸੀਂ ਆਪਣਾ ਬੱਚੇ ਨੂੰ ਡਾਕਟਰ ਕਰਾਉਣਾ ਚਾਹੁੰਦੇ ਆ ਤਾਂ 1.5 ਕਰੋੜ ਘੱਟੋ ਘੱਟ ਚਾਹੀਦਾ। 2 ਤੋਂ 2.5 ਕਰੋੜ ਚਾਹੀਦਾ ਭਾਜੀ। ਤੇ ਉਹਨੂੰ ਸਰਕਾਰੀ ਨੌਕਰੀ 'ਚ 50,000 ਤਨਖਾਹ ਮਿਲਦੀ ਆ, ਉਹ ਕਿੰਨੇ ਸਾਲਾਂ 'ਚ ਆਪਣਾ ਉਹਨੂੰ ਬੈਲੈਂਸ ਕਰੂਗਾ? ਤੇ ਫਿਰ ਜਿਹੜਾ ਇਹਦੇ ਹਸਪਤਾਲ ਆ, PGI ਲਾ ਲਓ, ਉਹ ਬੁੱਚੜਖਾਨਾ ਵੀ ਸਾਦਾ ਉਹਨੂੰ, ਤੇ ਉਹਨੂੰ VIP ਵੀ ਰਹਿੰਦਾ। ਜੇ ਤਾਂ ਤੁਹਾਡੀ ਸਿਫਾਰਿਸ਼ ਸ਼ਹਿਰੀ ਆ ਤਾਂ ਤੁਹਾਡਾ ਇਲਾਜ ਹੁੰਦਾ, ਨਹੀਂ ਤਾਂ ਬੁੱਚੜਖਾਨਾ ਆ। ਉਹ ਮਾਂ ਪੁੱਤ ਲਈ ਲੈਟ ਉੱਤੇ ਖੜੀ ਆ, ਬੋਤਲਾਂ ਵੀ ਇਹਨੂੰ ਚੜਾ ਰਿਹਾ ਗਲੂਕੋਜ਼। ਇਹ ਹਾਲ ਹੈ PGI ਵਰਗੇ ਇੰਸਟੀਚਿਊਟ ਦਾ, ਜਿਹੜਾ ਸਾਡਾ ਨਾਰਥ ਦਾ ਸਭ ਤੋਂ ਵੱਡਾ ਇੰਸਟੀਚਿਊਟ, ਉਹਦੀ ਇਹ ਪੋਜੀਸ਼ਨ ਹੈ ਹਜੇ ਤੇ ਗਵਰਨਮੈਂਟ ਤੋਂ। ਉਹ ਨਹੀਂ ਸਾਂਭ ਰਿਹਾ, ਸਾਨੂੰ ਨਹੀਂ ਸਾਂਭਣਾ। ਜੇ ਅੱਜ ਦੀ ਡੇਟ 'ਚ ਇਹ ਕਹਿੰਦਾ ਮੈਂ 10 ਲੱਖ ਦਾ ਬੀਮਾ ਦੇਣਾ, ਉਹ ਮੈਨੂੰ ਦੱਸੋ ਵੀ ਬੀਮਾ ਦੇਣਾ ਕਿਹਨੂੰ? 10 ਲੱਖ ਚੋਂ 5 ਲੱਖ ਦਾ ਤਾਂ ਹੁਣੇ ਹੀ ਦੱਸ ਦਿੰਨੇ ਆ। 5 ਲੱਖ ਤਾਂ ਪਹਿਲਾਂ ਹੀ ਸੈਂਟਰ ਦਿੰਦੀ ਆ, ਉਹਦੇ 'ਚ 5 ਇਹਨਾਂ ਨੇ ਪਾਉਣਾ, 5 ਵੀ ਨਹੀਂ ਪੈਣਾ। ਮੈਂ ਤੈਨੂੰ ਇਸ ਤੋਂ ਅਗਲਾ ਦੱਸ ਦਿੰਦਾ, ਜਿਹੜਾ ਤੁਹਾਡਾ ਆਯੁਸ਼ਮਾਨ ਕਾਰਡ ਬਣਿਆ, ਉਹ ਕਿੰਨੇ ਹਸਪਤਾਲ ਮੰਨਦੇ ਆ? ਸਾਨੂੰ ਬਲੈਕਮੇਲ ਕਰਦਾ। ਮੈਨੂੰ ਜਲੰਧਰ ਦੇ ਦਿਨ 'ਚ ਦੱਸੋ ਕਿੰਨੇ ਹਸਪਤਾਲਾਂ 'ਚੋਂ ਚਾਲੂ ਹੋਇਆ? ਸਾਨੂੰ ਬੇਵਕੂਫ ਬਣਾਉਂਦਾ। ਬੇਵਕੂਫ ਅਸੀਂ ਨਹੀਂ ਬਣਦੇ, ਬੇਵਕੂਫ ਇਹ ਆਪ ਆ। ਇੱਕ ਬੇਵਕੂਫੀ ਸਾਡੇ NRI ਭਰਾਵਾਂ ਨੇ ਜ਼ਰੂਰ ਕਰ ਦਿੱਤੀ, ਜਿਹੜਾ ਇਹਨਾਂ ਨੂੰ ਰਾਜ ਤੇ ਬਿਠਾ ਦਿੱਤਾ, ਕਿਉਂਕਿ ਉਹਨਾਂ ਨੂੰ ਉੱਥੋਂ ਆ ਕੇ ਵੀ ਸਾਡੇ ਤੇ ਬੈਠੇ ਨਹੀਂ ਜਾ ਰਹੇ, ਇਹਨਾਂ ਨੂੰ ਦਿਓ। ਜਿਹੜੀਆਂ ਦੂਜੀਆਂ ਪਾਰਟੀਆਂ ਫੌਰਨ ਤੋਂ ਜੇ 10 ਸਾਲਾਂ ਜਿੰਨਾ ਰੁਪਈਆ ਲਿਆਇਆ, ਇਸ ਪਾਰਟੀ ਨੂੰ ਉਹਨਾਂ ਦੇ 10 ਮਹੀਨਿਆਂ 'ਚ ਉਹਨਾਂ ਰੁਪਈਆ ਦਿੱਤਾ ਸੀ, ਪਰ ਤੇ ਉਸ ਰੁਪਈਏ ਨੇ ਇਹਨਾਂ ਦਾ ਦਿਮਾਗ ਖਰਾਬ ਕਰ ਦਿੱਤਾ। ਸਹੀ ਗੱਲ ਜੀ। ਇੱਧਰ ਚੱਲਦੇ ਆ ਬਾਈ ਜੀ। ਇਹ ਪਾਲਿਸੀ ਵਾਪਸ ਹੋ ਗਈ, ਹੁਣ ਤੁਹਾਨੂੰ ਲੱਗਦਾ ਕਿ ਤੁਹਾਨੂੰ ਖੁਸ਼ ਹੋਣਾ ਚਾਹੀਦਾ, ਤੁਹਾਨੂੰ ਭੰਗੜੇ ਪਾਉਣੇ ਚਾਹੀਦੇ ਨੇ, ਜਾਂ ਫਿਰ ਇਹ ਬਹੁਤ ਚੰਗਾ ਕੰਮ ਕੀਤਾ ਸਰਕਾਰ ਨੇ? ਚੰਗਾ ਆਪਣੇ ਲਈ ਉਹਨਾਂ ਨੇ ਕੀਤਾ, ਵਧੀਆ ਕੀਤਾ। ਜਿਹੜਾ ਲੈ ਲਈ ਅਕਲਮੰਦੀ ਦਾ ਕੰਮ ਆ, ਪਰ ਜਦ ਤੱਕ ਨੋਟੀਫਿਕੇਸ਼ਨ ਵਾਪਸ ਨਹੀਂ ਲੈਂਦੇ ਉਦੋਂ ਤਾਈਂ ਖੁਸ਼ੀਆਂ ਨਹੀਂ ਮਨਾਉਣੀਆਂ। ਲੈਟਰ ਤਾਂ ਸਾਹਮਣੇ ਆ ਗਿਆ ਇੱਕ, ਵੈਸੇ 77 ਦਾ। ਕੋਈ ਗੱਲ ਨਹੀਂ, ਅਸੀਂ ਦਿੱਲੀ ਤੋਂ ਔਖਾ ਖਾਦਾ ਨਾ, ਉਦੋਂ ਉੱਠ ਕੇ ਆ ਗਏ। ਹਜ ਤੇ ਮੰਗਿਆ ਸਾਡੀਆਂ ਉਹ ਮੰਨ ਲਈਆਂ ਇਹਨਾਂ ਨੇ, ਉਦੋਂ ਵੀ ਕਹਿੰਦੇ ਸੀ ਮੰਨ ਲਵਾਂਗੇ, ਪੂਰੀ ਤਰ੍ਹਾਂ ਲੈਣ। ਕੱਲ ਨੂੰ ਹੋਰ ਸਰਕਾਰ ਨਾਲ ਆ ਕੇ ਚੱਕ ਕੇ ਲੈ ਤੁਰ ਪਵੇ, ਨੋਟੀਫਿਕੇਸ਼ਨ ਵਾਪਸ ਲਵੇ, ਫਿਰ ਅਸੀਂ ਤਸੱਲੀ ਨਾਲ ਆਪਣੇ ਕੰਮਕਾਰ 'ਚ ਲੱਗੀਏ। ਹਜੇ ਅਸੀਂ ਜੰਗ ਜਾਰੀ, ਹਲੇ ਨਹੀਂ ਲੱਗਣਾ, ਹਜੇ ਜੰਗ ਜਾਰੀ ਹੈ। ਅੱਛਾ ਜੀ। ਸੁਖਵੀਰ ਭਾਜੀ, ਇਸ ਗੱਲ ਦਾ ਡਰ ਕਿੰਨਾ ਕੁ ਰਹੂਗਾ, ਜਿੱਦਾਂ ਪਹਿਲਾਂ 8 'ਚ ਆਈ, ਉਸ ਤੋਂ ਬਾਅਦ ਫਿਰ 13 'ਚ ਦੁਬਾਰਾ ਲੈ ਆਂਦੀ, 25 'ਚ ਹੁਣ ਫੇਰ ਲੈ ਆਂਦੀ? ਇਹ ਨਾ ਹੋਵੇ 2-4 ਸਾਲ ਹਟ ਕੇ ਬਾਅਦ 'ਚੋਂ ਫੇਰ ਆ ਜਾਵੇ, ਕਿਤੇ ਲੈ ਆਵੇ ਕੋਈ, ਫੇਰ ਸੜਕਾਂ ਤੇ ਹੋਵੋ ਤੁਸੀਂ?
ਨਹੀਂ ਦੇਖੋ ਜੀ, ਹੁਣ ਜੇ ਜਥੇਬੰਦਕ ਹੋਏ ਆ, ਇਹ ਤਾਂ ਹੁਣ ਲੋਕਾਂ ਤੇ ਹੈ ਨਾ ਵੀ ਜੇ ਆਪਾਂ ਉਹਨਾਂ ਦੇ ਝੋਲੀ ਚੱਕਾਂ ਤੇ ਫੇਰ ਪੈਣਾ, ਫੇਰ ਤਾਂ ਇਹਨਾਂ ਨੇ ਲਿਆਉਣੇ। ਜੇ ਆਪਾਂ ਮਤਲਬ ਜਥੇਬੰਦਕ ਰਵਾਂਗੇ ਫੇਰ ਸਰਕਾਰ ਦੀ ਜ਼ਰੂਰਤ ਨਹੀਂ ਪਊਗੀ, ਕਿਉਂਕਿ ਸਰਕਾਰ ਨੂੰ ਪਤਾ ਵੀ ਲੋਕੀ ਜਾਗ ਚੁੱਕੇ ਆ, ਲੋਕੀ ਜਥੇਬੰਦਕ ਹੋ ਚੁੱਕੇ ਆ। ਜੇ ਆਪਾਂ ਇਕੱਠੇ ਭਰਾਵਾਂ ਕੋਈ ਤਾਂ ਰਵਾਂਗੇ, ਸਾਡਾ ਠੀਕ ਆ, ਵੋਟਾਂ ਸਰਪੰਚੀਆਂ ਪੰਚੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ, ਪਰ ਮਸਲਾ ਇਹ ਵੀ ਆਪਾਂ ਇਕੱਠੇ ਰਹੀਏ। ਉਹਨਾਂ ਦੇ ਮਗਰ ਲਾ ਕੇ ਹੁਣ ਮੋਰੇ ਵੋਟਾਂ ਆ ਜਾਣੀਆਂ ਦੂਜੀਆਂ ਜ਼ਿਲ੍ਹਾ ਪਰਿਸ਼ਦ ਜਾਂ ਕੁਛ ਆ, ਉੱਥੇ ਆਪਾਂ ਐਵੇਂ ਇਹਨਾਂ ਦੇ ਝੰਡੇ ਚੱਕ ਕੇ ਫਿਰੀਏ। ਮਤਲਬ ਦੇਖ ਹੀ ਲਿਆ ਵੀ ਸਾਡੇ ਨਾਲ ਕੌਣ ਖੜਿਆ। ਸਮਝਦਾਰੀ ਨਾਲ ਚੱਲੋ। ਜੇ ਆਪਾਂ ਸਮਝਦਾਰੀ ਨਾਲ ਚੱਲਾਂਗੇ, ਏਕੇ ਨਾਲ ਚੱਲਾਂਗੇ, ਫੇਰ ਕਦੀ ਵੀ ਲਾਗੂ ਨਹੀਂ ਹੋਊਗੀ। ਕਿਉਂਕਿ ਪੰਜਾਬ 'ਚ ਜੇ ਅੱਜ ਅਸੀਂ ਲੜੀਏ ਸਾਨੂੰ ਸੇਵਾ ਮਿਲੀ ਆ, ਆਉਣ ਵਾਲੇ ਸਮੇਂ ਸਾਡੇ ਬੱਚੇ ਹੈਗੇ ਆ, ਕਿਉਂਕਿ ਸਾਡਾ ਜਿਹੜਾ ਭਵਿੱਖ ਆ ਅਸੀਂ ਉਹਨਾਂ ਨੂੰ ਇਹੀ ਦੱਸਦੇ ਵੀ ਸਾਡਾ ਕੀ ਜਾਣੇ ਕਿ ਸਾਡਾ ਪਿਛਲਾ ਇਤਿਹਾਸ ਆ। ਅਸੀਂ ਤਾਂ ਬੇਨਤੀ ਕਰਦੇ ਬੱਚਿਆਂ ਨੂੰ ਵੀ ਇਤਿਹਾਸ ਪੜਾਓ, ਚੰਗੇ ਪਾਸੇ ਜੋੜੋ ਵੀ ਸਾਡਾ ਪਿਛਲਿਆਂ ਨੇ ਕੀ ਕੀਤਾ ਤੇ ਗਾਂ ਸਾਡੇ ਨਾਲ ਇਹਨਾਂ ਨੇ ਕੀ ਕਰਨਾ। ਇਸ ਕਰਕੇ ਤਕੜੇ ਹੋ ਕੇ ਲੜਨ ਦੀ ਲੋੜ ਹੈ। ਜੀ ਤੁਸੀਂ ਭਾਜੀ ਕੀ ਕਹਿੰਦੇ ਹੋ? ਤੁਹਾਡੇ ਪਿੰਡ 'ਚ ਤਾਂ ਆਏ ਸੀ ਸਮਝਾਉਣ ਡਾਕਟਰ ਸਾਹਿਬ ਪਾਲਿਸੀ, ਕੀ ਲੱਗਦਾ ਹੁਣ ਡਾਕਟਰ ਸਾਹਿਬ ਕੀ ਸੋਚਦੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਉਦੋਂ ਫੜ ਕੇ ਪੈਂਫਲੇਟ ਸਾੜੇ ਸੀ? ਉਹ ਅਸੀਂ ਸਮਝਾ ਕੇ ਭੇਜੇ, ਸਾਨੂੰ ਸਮਝਾਉਣੇ ਤੇ ਅਸੀਂ ਸਮਝਾਇਆ ਉਹਨਾਂ ਨੂੰ। ਹਾਂ ਭਗਵੰਤ ਮਾਨ ਨੂੰ ਅਸੀਂ ਅੱਗੇ ਬਹੁਤ ਸੁਣਦੇ ਸੀ, ਹੁਣ ਤਾਂ ਉਹਦੀਆਂ ਨਾ ਵੀਡੀਓ ਦੇਖ ਕੇ ਇੰਨਾ ਗੁੱਸਾ ਆਉਂਦਾ, ਹੱਦ ਤੋਂ ਵੱਧ ਆਉਂਦਾ ਹੈ। ਸਾਡੇ ਟਰੈਕਟਰਾਂ ਬਾਰੇ ਖਿਲਾਫ ਬੋਲਦਾ ਹੈ, ਕਿਸਾਨਾਂ ਬਾਰੇ ਬੋਲਦਾ। ਹੁਣ ਸਾਨੂੰ ਜਾਗ ਪਏ ਅਸੀਂ ਸਾਰੇ, ਹੁਣ ਸਾਨੂੰ ਕਿਸਾਨੀ ਜਿੱਦਾਂ ਧਰਨੇ ਅਸੀਂ ਲਾਵਾਂਗੇ, ਜੋ ਵੀ ਸਾਨੂੰ ਹੁਣ ਪਤਾ ਲੱਗ ਗਿਆ ਵੀ ਕਿੱਦਾਂ ਲੜਾਈ ਲੜਨੀ ਹੈ। ਕੀ ਲੱਗਦਾ ਹੁਣ ਟੀਚਰਾਂ ਬੰਦ ਹੋ ਜਾਣਗੀਆਂ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ ਕਿਸਾਨਾਂ ਨੂੰ ਕਰਦੇ? ਉਹਦੀਆਂ ਕੀਤੀਆਂ ਉਹਦੇ ਅੱਗੇ ਆ ਗਈਆਂ। ਜੋ ਸਾਨੂੰ ਕਹਿੰਦਾ ਉਹਨਾਂ ਦੇ ਵੀ ਇਦਾਂ ਕਰੋ ਇਦਾਂ ਕਰੋ, ਉਹ ਹੋ ਰਿਹਾ ਹੁਣ ਉਹਦੇ ਨਾਲ। ਗ੍ਰਾਮ ਸਭਾ ਦੇ ਮਤੇ ਦੀ ਗੱਲ ਕਰਦੇ ਸੀ, ਉਹ ਹੋ ਗਈ। ਕਿਸਾਨਾਂ ਨੂੰ ਕਹਿੰਦੇ ਸੀ ਵੀ ਸਵਾਲ ਕਰਿਆ ਕਰੋ, ਲੀਡਰਾਂ ਨੂੰ ਸਵਾਲ ਹੋਣੇ ਸ਼ੁਰੂ। ਜੋ ਉਹਨੇ ਕਿਹਾ ਉਹ ਉਹਦੇ ਅੱਗੇ ਆ ਰਿਹਾ ਹੈ। ਹਾਂ ਤੁਸੀਂ ਸਰਦਾਰ ਸਾਹਿਬ ਕੀ ਕਹਿੰਦੇ ਹੋ? ਇਹ ਜਿਹੜੀਆਂ ਟੀਚਰਾਂ ਹੁੰਦੀਆਂ ਸੀ ਕਿਸਾਨਾਂ ਨੂੰ ਖਾਸ ਤੌਰ ਤੇ ਵੀ ਇਹ ਤਾਂ ਜਾਂਦੇ ਨਹੀਂ ਖੇਤਾਂ 'ਚ, ਐਡੇ ਐਡੇ ਟਰੈਕਟਰ ਲਏ ਨੇ, ਇਹ ਕਿਹੜੇ ਕਿਸਾਨ ਨੇ, ਫਲਾਨਾ ਟਮਕਾਨਾ, ਉਹ ਸਾਰੀਆਂ ਗੱਲਾਂ ਅੱਜ ਤੋਂ ਬੰਦ ਹੋ ਜਾਣਗੀਆਂ ਕਿਉਂਕਿ ਕਿਸਾਨਾਂ ਨੇ ਇੱਕ ਤਰੀਕੇ ਦਾ ਸਰਕਾਰ ਨੂੰ ਝੁਕਾ ਲਿਆ। ਬਿਲਕੁਲ ਜੀ, ਇਹੀ ਇਹ ਸਰਕਾਰਾਂ ਨੂੰ ਸਮਝਾਉਣਾ ਚਾਹੁੰਦੇ ਆ। ਪਹਿਲਾਂ ਪੰਜਾਬ ਦਾ ਇਤਿਹਾਸ ਪੜ੍ਹ ਲੈਣ। ਅਫਗਾਨਿਸਤਾਨ ਤੇ ਅਮਰੀਕਾ ਨੇ ਵੀ ਨਹੀਂ ਜਿੱਤ ਪਾਈ, ਸਿਰਫ ਦੁਨੀਆ ਵਿੱਚ ਇੱਕ ਬੰਦਾ ਹਰੀ ਸਿੰਘ ਨਲੂਆ ਜਿਹਨੇ ਅਫਗਾਨ ਜਿੱਤਿਆ ਸੀਗਾ। ਸੋ ਇਹ ਜਿਹੜਾ ਕਹਿੰਦੇ ਨੇ ਸਿੰਘਾਂ ਦੇ 12 ਵੱਜ ਜਾਣੇ, ਇਹ ਆਮ ਪਾਰਟੀ ਵਾਲਿਆਂ ਨੂੰ ਹੁਣ ਅਸੀਂ ਦੱਸਣਾ ਸੀ ਵੀ ਉਹ ਕੀ ਚੀਜ਼ ਹੁੰਦੀ ਜਿਹੜੇ ਸਿੰਘਾਂ ਦੇ 12 ਵੱਜਦੇ ਆ। ਜਿਹੜੇ ਸਾਡੇ ਪੰਜਾਬ ਦੇ 113 ਵਿਧਾਨ ਸਭਾ ਹਲਕੇ ਆ, ਮੇਰਾ ਖਿਆਲ 117 ਵਿਧਾਨ ਸਭਾ ਹਲਕੇ ਆ, 5 ਪਾਰਟੀਆਂ ਆ, 500 ਤੋਂ ਉੱਪਰ ਹੋ ਜਾਂਦਾ ਬੰਦਾ। ਇਸੇ ਤਰ੍ਹਾਂ 13 MP ਆ, 5 ਪਾਰਟੀਆਂ ਦੇ 65 ਬੰਦੇ ਉਹ ਆ। ਇਸੇ ਤਰ੍ਹਾਂ ਜਿਹੜੇ ਹੁਣ ਇਹਨਾਂ ਨੇ ਰਾਜ ਸਭਾ ਮੈਂਬਰ ਲਾਏ ਆ, ਇੱਕ ਤਾਂ ਆਹ ਲਵਲੀ ਵਾਲਾ ਆ, ਇੱਕ ਸਰਕਾਰੀ ਸੰਤ ਸੀਚੇਵਾਲ ਵਾਲਾ ਆ, ਇੱਕ ਭੱਜੀ ਆ, ਭੱਜੀ ਦਾ ਮਤਲਬ ਭੱਜ ਗਿਆ, ਉਹਦੀ ਪੰਜਾਬ ਨੂੰ ਕੋਈ ਦੇਣ ਨਹੀਂ ਹੈਗੀ। ਸੋ ਇਹਨਾਂ ਲੋਕਾਂ ਨੂੰ ਸੋਚ ਲੈਣਾ ਚਾਹੀਦਾ। ਕੋਈ ਪੰਜਾਬ ਵਾਲੇ ਨਹੀਂ ਬੋਲਿਆ, ਜਿੰਨੇ ਕਲਾਕਾਰ ਆ ਮਤਲਬ ਕੋਈ ਨਹੀਂ ਬੋਲਿਆ। ਇਹ ਸਾਰਾ ਕਿਸਾਨਾਂ ਦਾ ਆਪਣਾ ਏਕਾ ਆ। ਇਹ ਤਾਂ ਪਿੰਡ 'ਚ ਬਣਨ ਤੋਂ ਵੀ ਹੁਣ ਪੁੱਛਦੇ ਵੀ ਅਸੀਂ ਆਈਏ ਕਿ ਨਾ ਆਈਏ। ਸੋ ਇਹਨਾਂ ਲੋਕਾਂ ਨੇ ਜਿਹੜਾ ਗਾਹਾਂ ਵੀ ਇਲੈਕਸ਼ਨਾਂ ਲੜਨੀਆਂ, ਉਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਅਸੀਂ ਖੜੀਏ ਜਾਂ ਨਾ ਖੜੀਏ। ਹੁਣ ਕੀ ਲੱਗਦਾ, ਹੁਣ ਜਦੋਂ ਪਿੰਡਾਂ 'ਚ ਉਹ ਆਉਣਗੇ ਉਹਨਾਂ ਦੇ ਮਨ 'ਚ ਡਰ ਤਾਂ ਨਹੀਂ ਹੋਊਗਾ ਵੀ ਭਾਈ ਕਿਸਾਨ ਕਿਤੇ ਫੜ ਕੇ ਫੇਰ ਉਹੀ ਹਾਲ ਨਾ ਕਰਨ? ਬਿਲਕੁਲ ਜੀ, ਅਸੀਂ ਤਾਂ ਕਹਿੰਦੇ ਹੁਣ ਮੋਰੇ ਸਿਆਲ ਆ ਜਾਣਾ, ਕੱਪੜੇ ਜਿਹੜੇ ਮੋਟੇ ਸੰਭਾਲਣ। ਜਿਹੜੇ ਸਾਡੇ NRI ਆ ਜਾਂ ਜਿਹੜੇ ਸਾਡੇ ਘਰਾਂ ਦੇ ਵਿੱਚ ਬੈਠੇ ਆ, ਕਹਿੰਦੇ ਸੀ ਨਾ ਸਾਡੀ ਜ਼ਮੀਨ ਮਾਂ ਆ, ਉਹਨਾਂ ਨੂੰ ਸਾਡੀ ਬੇਨਤੀ ਆ ਤੁਹਾਡੇ ਚੈਨਲ ਰਾਹੀਂ ਵੀ ਉਹ ਆਪਣੀ ਮਾਂ ਨੂੰ ਵੇਚੋ ਨਾ। ਹੁਣ ਜਿਹੜੇ ਬਾਹਰ ਬੈਠੇ ਕਮੈਂਟ ਪੜ੍ਹਦੇ ਆ NRI, ਖਿੱਚ ਕੇ ਰੱਖੋ ਕੰਮ। ਖਿੱਚਣਾ ਮਾਮਾ ਉਹ ਇੱਥੇ ਸੰਗਲ ਪਾ ਕੇ ਅਸੀਂ, ਤੁਸੀਂ ਟਿਕਟਾਂ ਲਾਓ, ਆਓ ਆਪਣੀ ਲੜਾਈ ਲੜੋ। ਇਹ ਨਸਲਾਂ ਦੀ ਆ, ਫਸਲਾਂ ਦੀ ਆ, ਅਜਾੜੇ ਦੀ ਆ। ਆਹ ਦੇਖੋ ਕਿੰਨਾ ਵਧੀਆ ਸਾਡਾ ਏਰੀਆ, ਅਰਬਨ ਸਟੇਟ ਨਾਲੋਂ ਵਧੀਆ ਆ। ਕੋਈ DC ਆ, IAS ਆ, ਉਹ ਫਾਰਮ ਹਾਊਸ ਬਣਾਉਂਦੇ ਆ ਕੇ। ਕਿਸੇ IAS ਨੇ ਜਾਂ DC ਨੇ ਫਾਰਮ ਹਾਊਸ ਬਣਾ ਲਿਆ ਕਿਸੇ ਪਿੰਡ ਦੇ ਵਿੱਚ ਆ ਕੇ, ਉਹਦੇ ਬੱਚੇ ਸੀ ਛੋਟੇ। ਉਹ ਜਦੋਂ ਸਾਡੇ ਪਿੰਡਾਂ ਦੇ ਲੋਕ ਮਰੂੰਡਾ ਵੇਚਣ ਆ ਜਾਂਦੇ, ਕੋਈ ਮੂੰਗਫਲੀ ਵੇਚਣ, ਉਹ ਖਾਂਦੇ ਆ। ਉਹ DC ਦਾ ਜਾਂ ਉਹ IAS ਦਾ ਅਫਸਰ ਦੇ ਬੱਚੇ ਕਹਿੰਦੇ ਵੀ ਅਸੀਂ ਵੀ ਇਹ ਖਾਣਾ, ਉਹ ਕਹਿੰਦੇ ਨਹੀਂ ਇਹ ਚੀਜ਼ਾਂ ਖਾਣ ਵਾਲੀਆਂ ਨਹੀਂ। ਕੋਈ ਹੋਰ ਕੁਲਫੀ ਆ ਜਾਂਦੀ, ਉਹ ਖਾਂਦੇ ਆ। ਉਹ ਫੇਰ ਕਹਿੰਦੇ ਵੀ ਨਹੀਂ ਇਹ ਖਾਣ ਵਾਲੀਆਂ ਚੀਜ਼ਾਂ ਨਹੀਂ। ਉਹ ਜਦੋਂ ਫਿਰ ਵੱਡੇ ਹੁੰਦੇ ਆ, ਉਹ ਮਤਲਬ ਇਕੱਠ ਮੱਠ 'ਚ ਬਹਿੰਦੇ ਆ। ਉਹ DC ਮਤਲਬ ਆਪਣੀ ਟੌਰ ਮਾਰਦਾ, ਆਪਣੇ ਬੱਚਿਆਂ ਨੂੰ ਪੁੱਛਦਾ ਵੀ ਤੁਸੀਂ ਵੱਡੇ ਹੋ ਕੇ ਕੀ ਬਣਨਾ। ਉਹ ਕਹਿੰਦੇ ਅਸੀਂ ਤਾਂ ਕੁਛ ਨਹੀਂ ਬਣਨਾ, ਕਿਸਾਨਾਂ ਦੇ ਜਿਹੜੇ ਨਿਆਣੇ ਅਸੀਂ ਤਾਂ ਇਹੀ ਬਣਨਾ। ਸੋ ਉਹਨਾਂ ਨੂੰ ਇਹ ਜਿਹੜੇ ਦਿੱਲੀ ਵਾਲੇ ਖੰਘ ਦਾ ਮਾਰਿਆ ਕੇਜਰੀਵਾਲ ਆ, ਉਹ ਇੱਥੇ ਆਉਂਦਾ ਉਹਦੀ ਖੰਘ ਅਸੀਂ ਠੀਕ ਕਰ ਦੇਣੀ ਸੀਗੀ, ਉਹ ਸਾਰਾ ਕੁਝ ਵਧੀਆ ਹੋ ਜਾਣਾ ਸੀਗਾ। ਇਹ ਤਾਂ ਤੁਸੀਂ ਬੈਨ ਕਰਤੀ ਐਂਟਰੀ, ਕੀ ਪਤਾ ਆਈ ਜਾਂਦੇ। ਉਹ ਤਾਂ ਹੀ ਤਾਂ ਦੱਸਿਆ ਆਏ ਨੇਗੇ। ਇਹ ਕਿਸਾਨਾਂ ਦੇ ਰੋਹ ਅੱਗੇ ਝੁਕ ਗਈ ਆ ਸਰਕਾਰ। ਨੋਟੀਫਿਕੇਸ਼ਨ ਜਿਹੜਾ ਇਹ ਵਾਪਸ ਲੈਂਦੀ ਆ, ਜਿਹੜੀ ਲੈਂਡ ਪੂਲਿੰਗ ਆ, ਜਿੰਨਾ ਚੱਕ ਰੱਦ ਨਹੀਂ ਹੁੰਦਾ ਕਾਨੂੰਨ ਵਿਧਾਨ ਸਭਾ ਦੇ ਵਿੱਚ, ਉਹਨਾਂ ਚੱਕ ਇਹਨਾਂ ਦਾ ਕੋਈ ਯਕੀਨ ਨਹੀਂਗਾ। ਸਾਡੇ ਸਿੰਘ ਤਿਆਰ ਆ, ਇਹਨਾਂ ਨੂੰ ਦੱਸਾਂਗੇ ਜਦੋਂ ਆਉਣਗੇ। ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਰੋਹ ਤਾਂ ਨਹੀਂ ਮੱਠਾ ਪਊਗਾ? ਨਾ ਜੀ ਨਾ, 20 ਦਾ ਪ੍ਰੋਗਰਾਮ ਸਾਡਾ ਜਿਉਂਦਾ ਤਿਉਂ। ਸਾਡੇ ਸੁਖਬੀਰ ਬੇਕੀ ਜੋ ਦੁਆਬਾ ਜੋ ਕੈਂਟ ਦੇ ਪ੍ਰਧਾਨ ਆ,
ਉਹ ਜਿੱਦਾਂ ਕਹਿਣਗੇ ਸਾਡੀ ਹਾਈ ਕਮਾਨ ਜਿੰਨੀ ਵੀ ਆ ਕਿਸਾਨ ਯੂਨੀਅਨ ਸਾਰੇ ਇਕੱਠੇ ਹੋ ਰਹੇ ਆ, ਜੋ ਵੀ ਸਾਨੂੰ ਹੁਕਮ ਲਾਣਗੇ ਅਸੀਂ ਉਹਨਾਂ ਦੇ ਨਾਲ ਚੱਲਾਂਗੇ। ਅੱਛਾ ਸੁਖਵੀਰ ਭਾਜੀ ਇਹ ਦੱਸ ਦਿਓ ਹੁਣ 20 ਵਾਲੇ ਦਾ ਕੀ ਪ੍ਰੋਗਰਾਮ ਜੋ ਨਿਰੰਤਰ ਸਾਡੇ ਉੱਪਰ ਲੀਡਰ ਸਾਹਿਬਾਨ ਨਾਲ ਰਾਏ ਸਾਹਿਬ ਉਹਨਾਂ ਨਾਲ ਬੰਦੇਰ ਸਾਹਿਬ ਉਹਨਾਂ ਨਾਲ ਗੱਲਬਾਤ ਹੋਈ ਆ, ਉਹ ਕਹਿੰਦੇ ਵੀ ਆਪਾਂ ਜਿੱਦਾਂ ਮੀਟਿੰਗ ਕਰਾਂਗੇ, ਮਤਲਬ ਪ੍ਰੋਗਰਾਮ ਹਲੇ ਨਿਰੰਤਰ ਜਾਰੀ ਆ। ਨੰਬਰ 2 ਤੇ ਸਾਨੂੰ ਵਾਪਸ ਨਹੀਂ ਲਿਆ ਹਲੇ ਵਾਪਸ ਨਹੀਂ ਲੇਗਾ। ਨੰਬਰ 2 ਤੇ ਜਿਹੜੇ ਹੁਣ ਗ੍ਰਾਮ ਇੱਕ ਸਾਨੂੰ ਬਹੁਤ ਵੱਡੀ ਦੇਣਾ ਭਗਵੰਤ ਮਾਨ ਦੀ ਵੀ ਸਾਨੂੰ ਗ੍ਰਾਮ ਸਭਾ ਦਾ ਪਤਾ ਲੱਗ ਗਿਆ। ਹੁਣ ਪਿੰਡ ਵਾਲਿਆਂ ਨੂੰ ਬੇਨਤੀ ਕਰਦੇ ਗਾਂ ਇੱਥੇ ਕੋਈ ਫੈਕਟਰੀਆਂ ਵੀ ਲੱਗਣੀਆਂ, ਕੁਝ ਵੀ ਲੱਗਣਾ, ਆਪਾਂ ਮਤਲਬ ਹੁਣ ਆਪਾਂ ਨੂੰ ਲੜਾਈ ਲੜਨ ਦਾ ਪਤਾ ਲੱਗ ਗਿਆ, ਲੜਾਈਆਂ ਤਾਂ ਲੜਨੀਆਂ ਪੈਣੀਆਂ। ਐ ਨਹੀਂ ਸੋਚੇ ਵੀ ਅੱਜ ਇਹ ਵਾਪਸ ਹੋ ਗਏ ਕੱਲ ਨੂੰ, ਕਿਉਂਕਿ ਜਿਹੜਾ ਹੁਣ ਏਰੀਆ ਆ ਉਹਨਾਂ ਨੇ ਦੇਖ ਲਿਆ ਵੀ ਏਰੀਆ ਡਿਵੈਲਪ ਹੋਣ ਵਾਲਾ ਨਾ, ਕੱਲ ਨੂੰ ਵੱਡੀਆਂ ਫੈਕਟਰੀਆਂ ਜਾਂ ਕੁਝ ਵੀ ਲੱਗਣੀਆਂ। ਸਾਨੂੰ ਇਹ ਹੋ ਗਿਆ ਵੀ ਅਸੀਂ ਹੁਣ ਲੜਾਈ ਲੜ ਸਕਦੇ ਹਾਂ, ਠੀਕ ਹੈ ਕਿ ਨਹੀਂ। ਲੋਕਾਂ ਨੂੰ ਅੱਛਾ ਇਹਦਾ ਹੁਣ ਸਿਹਰਾ ਲੈਣ ਦੀ ਵੀ ਸਰਕਾਰ ਹੀ ਕੋਸ਼ਿਸ਼ ਕਰੂਗੀ ਵੀ ਦੇਖੋ ਅਸੀਂ ਕਿਸਾਨਾਂ ਲਈ ਚੀਜ਼ ਲਿਆਂਦੀ ਸੀ, ਕਿਸਾਨਾਂ ਨੂੰ ਪਸੰਦ ਨਹੀਂ ਆਈ, ਅਸੀਂ ਵਾਪਸ ਲੈ ਲਈ, ਅਸੀਂ ਬਹੁਤ ਚੰਗੇ ਆ। ਜੇ ਸਿਹਰਾ ਲੈਣ ਦੀ ਗੱਲ ਹੈ ਤਾਂ ਫਿਰ ਕੀ ਸਰਕਾਰ ਦਾ ਸਿਹਰਾ ਬਣਦਾ ਹੈ? ਨਹੀਂ ਲੋਕਾਂ ਤੋਂ ਪੁੱਛੋ ਜੀ। ਆਮ ਆ ਦੇਖੋ, ਆਮ ਬੰਦੇ ਖੜੇ ਆ ਨਾ। ਪਹਿਲੀ ਗੱਲ ਤਾਂ ਇਹ ਕਿਸਾਨਾਂ ਦੀ ਜਿੱਤ ਨਹੀਂ, ਸਾਰੇ ਭਾਈਚਾਰੇ ਦੀ ਆ। ਜੇ ਸਾਡੇ ਭਾਈਚਾਰੇ ਸਾਰੇ ਨੇ ਸਾਥ, ਕਿਉਂਕਿ ਸਰਕਾਰਾਂ ਵੋਟ ਦੀ ਰਾਜਨੀਤੀ ਆ, ਉਹ ਦੇਖਦੇ ਵੀ ਇਸ ਚੀਜ਼ ਨਾਲ ਵੋਟ ਕਿੰਨੀ ਟੁੱਟਦੀ ਆ। ਮਤਲਬ ਉਹਨਾਂ ਨੇ ਦੇਖ ਲਿਆ ਵੀ ਸਾਰਾ ਕੁਝ ਥੱਲੇ ਹਿੱਲ ਚੁੱਕਾ, ਕਿਉਂਕਿ ਹੁਣ ਸਾਰੀ ਸੋਚ ਸਾਨੂੰ ਕੋਈ ਅਫਸਰ ਕਹਿੰਦਾ ਵੀ ਇਹਨਾਂ ਨੇ 1000 ਰੁਪਿਆ ਸਕੀਮ ਲੈ ਆਉਣੀ ਆ, ਲੋਕਾਂ ਦਾ ਰੋਹ ਘਟ ਜਾਣਾ, ਪਰ ਸਾਨੂੰ ਪਤਾ ਨਾ ਅਸੀਂ ਲੜਾਈ ਲੜਨ ਸਾਡੇ ਲੱਤਾਂ ਭਾਰ ਚੱਲਦੀਆਂ। ਉਹ ਤਾਂ ਆਪਾਂ ਗੱਲ ਵੀ ਦੇਖ ਲਿਆ ਇੱਥੇ ਨੰਗਲ ਕੋਟ ਖੁਰਦ ਜਿਹੜੇ ਪਿੰਡ ਗਏ ਸੀ, ਉੱਥੇ ਮਜ਼ਦੂਰ ਹੀ ਸੀ ਸਾਰੇ। ਉਹ ਕਹਿੰਦੇ ਸਾਨੂੰ ਪੈਸੇ ਨਹੀਂ ਚਾਹੀਦੇ, ਨਾ ਸਾਨੂੰ ਦਾਲਾਂ ਚੌਲ ਚਾਹੀਦੇ ਨੇ, ਸਾਨੂੰ ਕੰਮ ਚਾਹੀਦਾ, ਅਸੀਂ ਮਿਹਨਤ ਕਰਾਂਗੇ, ਤੁਸੀਂ ਸਾਨੂੰ ਰੂੰਗੇ ਤੇ ਕਿਉਂ ਲਾ ਰਹੇ ਹੋ? ਇਹ ਆਪ ਉਹਨਾਂ ਦੇ ਉਹ ਬੀਬੀਆਂ ਦੇਖ ਲਓ ਰੂਹ ਖੁਸ਼ ਹੋ ਗਈ ਉਹਨਾਂ ਦੀ ਗੱਲਾਂ ਸੁਣ ਕੇ। ਮਤਲਬ ਮਜ਼ਦੂਰ ਵਰਗ ਸੀ ਦੇਖ ਲਓ ਉਹ, ਮਤਲਬ ਐ ਨਹੀਂ ਸੀਗਾ ਕੋਈ ਮਤਲਬ ਕੋਈ ਤਕੜੇ ਘਰਾਂ ਦੀਆਂ ਬੀਬੀਆਂ ਸੀ, ਮਤਲਬ ਜਿਹੜੀ ਮਿਹਨਤਕਾਸ਼ ਲੋਕ ਸੀ। ਪਰ ਜਿਹੜੀ ਉਹਨਾਂ ਨੇ ਗੱਲਾਂ ਕਹੀਆਂ, ਸਾਡਾ ਵੀ ਉਹਨਾਂ ਦਾ ਸਿਰ ਝੁਕਦਾ। ਦੇਖੋ ਅਸੀਂ ਨੰਗਲ ਕਰਾਰ ਕਰ, ਕਿਉਂਕਿ ਸਾਡੇ ਦਿਲਾਂ ਦੇ ਵਿੱਚ ਕਈ ਵੇਲੇ ਭੇਦਭਾਵ ਹੁੰਦੇ ਆ ਵੀ ਪਤਾ ਨਹੀਂ ਉਹ ਸਾਡੇ ਨਾਲ ਇਹਦਾ ਕੋਈ ਪਾਏ ਹੀ ਰਾਜਨੀਤੀ ਲੋਕਾਂ ਨੇ ਹੁੰਦੇ ਆ। ਮਤਲਬ ਸਾਨੂੰ ਸਾਡੇ ਦੇ ਕੋਲ ਕੁਛ ਕਹਿ ਦੇਣਾ, ਉੱਧਰ ਕੁਛ ਕਹਿ ਦੇਣਾ, ਪਰ ਇਸ ਚੀਜ਼ ਨੇ ਸਾਨੂੰ ਵੀ ਮਤਲਬ ਕੁਛ ਸਿਖਾਇਆ ਹੀ ਆ, ਠੀਕ ਆ ਕਿ ਨਹੀਂ। ਬਾਕੀ ਗੁਰਪ੍ਰੀਤ ਭਾਈ ਤੁਹਾਡਾ ਵੀ ਧੰਨਵਾਦ ਆ। ਬਾਕੀ ਜਿੰਨੇ ਵੀ ਆ ਨੌਜਵਾਨ ਵੀਰ ਸਾਡੇ ਬੈਠੇ ਆ, ਅਸੀਂ ਤਾਂ ਇਹੀ ਕਹਿੰਦੇ ਵੀ ਗਾਂ ਵੀ ਤਕੜੇ ਹੋ ਕੇ ਲੜੋ। ਕੋਈ ਵੀ ਗੱਲ ਆਉਂਦੀ ਆ, ਕੋਈ ਛੋਟੀਆਂ ਮੋਟੀਆਂ ਪਿੰਡਾਂ 'ਚ ਗੱਲਾਂ ਹੁੰਦੀਆਂ ਆ, ਦੇਖੋ ਅਸੀਂ ਰੋਜ਼ ਬਹਿੰਦੇ ਸੀ। ਆਖਰੀ ਸਵਾਲ ਆ ਮੇਰਾ ਬਾਈ, ਹੁਣ ਜਦੋਂ ਸਾਰਾ ਕੁਝ ਨਿਬੜ ਗਿਆ, ਸਾਰਾ ਨੇਪਰੇ ਚੜ ਗਿਆ, ਚਲੋ ਠੀਕ ਹੈ, ਹੁਣ ਨੋਟੀਫਿਕੇਸ਼ਨ ਵੀ ਵਾਪਸ ਹੋ ਜੂਗੀ, ਤਾਂ ਅੰਤ ਦੇ ਵਿੱਚ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਇੱਕ ਅੱਗੇ ਲੱਗ ਕੇ ਲੜਾਈ ਲੜੀ ਹੈ ਤੁਸੀਂ, ਉਹਦੇ ਨਾਤੇ ਕੀ ਲੋਕਾਂ ਨੂੰ ਸੁਨੇਹਾ ਜਾਂ ਲੋਕਾਂ ਨੂੰ ਸੰਦੇਸ਼ ਕੀ ਹੈ? ਵੀ ਲੋਕਾਂ ਨੂੰ ਤਾਂ ਇਹ ਇਹਦਾ ਇੱਕੋ ਨਿਚੋੜ ਨਿਕਲਿਆ ਜੀ ਵੀ ਆਪਣਾ ਇੱਕ ਆ ਭਾਈਚਾਰਕ ਸਾਂਝ। ਆਪਾਂ ਐ ਨਾ ਕਰੀਏ ਵੀ ਇਹ ਜੱਟਾਂ ਦੀ ਲੜਾਈ ਆ ਜਾਂ ਪਹਿਲੇ ਇਹਨਾਂ ਗੱਲਾਂ ਤੋਂ ਸਾਨੂੰ ਬਚਣਾ ਚਾਹੀਦਾ। ਕਿਸਾਨਾਂ ਦੀ ਲੜਾਈ, ਮਜ਼ਦੂਰਾਂ ਦੀ ਲੜਾਈ, ਪਰ ਲੜਾਈ ਉਹ ਗੱਲਾਂ 'ਚ ਨਾ ਕਰੀਏ, ਲੋਕਾਂ ਦੇ ਵਿੱਚ ਜਾ ਕੇ। ਕਿਉਂਕਿ ਦੇਖੋ ਦੁੱਖ ਸੁੱਖ ਹਰੇਕ ਨੂੰ ਆਉਂਦਾ, ਜਦੋਂ ਉਹਨਾਂ ਤੇ ਵੀ ਦੁੱਖ ਸੁੱਖ ਆਊਗਾ ਅਸੀਂ ਜੇ ਸਟੇਜ ਤੋਂ ਗੱਲਾਂ ਕਹੀਆਂ ਕਰਾਂਗੇ ਵੀ, ਖੜਾਂਗੇ ਵੀ, ਸਾਰਿਆਂ ਦਾ ਇਲਾਕੇ ਦਾ ਜਿੰਨੇ ਵੀ ਦੇਖੋ ਸਾਡੇ ਤੋਂ ਬਹੁਤ ਮਜ਼ਦੂਰਾਂ ਨੂੰ ਨਾਲ ਲੈ ਕੇ ਤੁਰੋ, ਨਾਲ ਚੱਲਾਂਗੇ। ਜੇ ਉਹਨਾਂ ਦੀ ਕੋਈ ਪ੍ਰੋਬਲਮ ਹੋਵੇ ਮੋਹਰੇ ਹੋ ਕੇ ਲੜਾਂਗੇ। ਮਤਲਬ ਸਾਨੂੰ ਦੇਖੋ ਅੱਛਾ ਇੱਕ ਹੋਰ ਇਸੇ ਦੇ ਵਿੱਚ ਸਵਾਲ ਮੇਰੇ ਜ਼ਿਹਨ 'ਚ ਆ ਗਿਆ, ਕੀ ਲੱਗਦਾ ਹੈ ਆਮ ਆਦਮੀ ਪਾਰਟੀ ਦਾ ਇਹ ਫੈਸਲਾ ਵਾਪਸ ਲੈ ਲੈਣ ਦੇ ਨਾਲ ਗ੍ਰਾਫ ਉੱਤੇ ਜਾਊਗਾ, ਗ੍ਰਾਫ ਜਾਂ ਜਿਹੜਾ ਡਿੱਗਿਆ ਹੋਇਆ ਉਹ ਠੀਕ ਹੋ ਜਾਊਗਾ? ਨਹੀਂ ਬਿਲਕੁਲ ਨਹੀਂ, ਲੋਕੀ ਨਹੀਂ ਭੁੱਲਣਗੇ। ਦੇਖੋ ਜਿਨ੍ਹਾਂ ਨਾਲ ਹੋਇਆ ਆ 2.5-3 ਮਹੀਨੇ ਹੋ ਗਏ, ਮੇਰਾ ਕਿਤੇ 100 ਕੇ ਨਹੀਂ ਦੇਖਿਆ। ਮਤਲਬ ਸਾਨੂੰ ਅਸੀਂ ਦੇਖਦੇ ਵੀ ਗਾਂ ਸਾਡਾ ਕੀ ਭਵਿੱਖ ਬਣਨਾ। ਮਸਲਾ ਇਹ ਨਹੀਂ ਜੇ ਲੜਾਈ ਵੀ ਲੜਦੇ ਨੁਕਸਾਨ ਵੀ ਹੋਣੇ ਸੀ ਨਾ, ਕਿਉਂਕਿ ਲੋਕਾਂ ਨੇ ਕਹਿਤਾ ਵੀ ਜ਼ਮੀਨ ਨਹੀਂ ਅਸੀਂ ਛੱਡਣੀ, ਜੋ ਮਰਜ਼ੀ ਹੋ ਜਾ। ਜੇ ਸਰਕਾਰ ਨੇ ਧੱਕਾ ਕਰਨਾ ਤੇ ਲੜਾਈ ਕਿੱਧਰ ਨੂੰ ਜਾਣੀ ਸੀ? ਮਤਲਬ ਭੁੱਲ ਜਾਾਂਗੇ, ਕਦੇ ਵੀ ਨਹੀਂ ਭੁੱਲਾਂਗੇ। ਹੁਣ ਨਹੀਂ ਗ੍ਰਾਫ ਤਾਂ ਦੇਖੋ ਜੀ ਭਗਵੰਤ ਮਾਨ ਦਾ ਖਤਮ ਹੋ ਚੁੱਕਾ। ਇੱਕ ਲਾਈਨ 'ਚ ਦੱਸ ਦਿਓ, ਗ੍ਰਾਫ ਚੜੂਗਾ ਹੁਣ ਇਸ ਫੈਸਲੇ ਨਾਲ ਕਿ ਉਹੀ ਹਾਲ ਰਹੂਗਾ ਪੂਰਾ? ਬਿਲਕੁਲ ਨਹੀਂ, ਥੋਕ ਕੇ ਚੱਟਣ ਨਾਲ ਗ੍ਰਾਫ ਉੱਪਰ ਥੋੜਾ ਜਾ ਸਕਦਾ। ਇਹ ਸਰਕਾਰ ਨੇ ਥੋਕ ਕੇ ਚੱਟਿਆ, ਇਹਨਾਂ ਦਾ ਗ੍ਰਾਫ ਹੋਰ ਥੱਲੇ ਜਾਊ। ਔਰ ਇਦੋਂ 92 ਕੀ ਮੈਂ ਕਹਿੰਦਾ 1-0 ਹੀ ਲੱਗ ਜਾਣੀ ਇਹਨਾਂ ਦੇ। ਠੀਕ ਹੈ ਜੀ, ਕੀ ਕਹਿੰਦੇ ਹੋ, ਗ੍ਰਾਫ ਚੜ ਸਕਦਾ ਹੁਣ ਜਿਹੜੇ ਫੈਸਲੇ ਵਾਪਸ ਲਏ ਨੇ? ਇਹ ਤਾਂ ਗਮੀ 'ਚ ਹੁਣ ਜ਼ਿਆਦਾ ਹੋ ਜਾਊਗਾ ਜੀ, ਮੈਨੂੰ ਤਾਂ ਲੱਗਦਾ ਜ਼ਿਆਦਾ ਹੋ ਜਾਊਗਾ। ਤੁਹਾਨੂੰ ਕੀ ਲੱਗਦਾ ਜੀ, ਗ੍ਰਾਫ ਹੁਣ ਚੜ ਸਕਦਾ ਜੇ ਫੈਸਲਾ ਵਾਪਸ ਲੈ ਕੇ ਅਗਲੇ ਪ੍ਰਚਾਰਦੇ ਨੇ ਵੀ ਅਸੀਂ ਤਾਂ ਜੀ ਕਿਸਾਨਾਂ ਦੇ ਹੱਕ 'ਚ ਫੈਸਲਾ ਕਰਤਾ? ਮੈਂ ਤਾਂ ਨਹੀਂ ਮੰਨਦਾ ਜੀ ਉਹਦਾ ਡਰਾਫਟ ਚੜੂਗਾ ਜਾਂ ਨਾ ਚੜੂ, ਜਾਂ ਉਹਦੇ ਪਿੱਛੇ ਤੁਰੂਗਾ। ਬੇਵਕੂਫ ਪਹਿਲਾਂ ਸੰਗਤ ਨੇ ਬਣਾਤਾ, 92-94 ਭੇਜ ਦਿੱਤੇ। ਆਉਣ ਵਾਲੇ ਸਮੇਂ ਦੇ ਮੁਤਾਬਕ ਇਹਨਾਂ ਦਾ ਖੂਨ ਟੈਸਟ ਕਰਕੇ ਫਿਰ ਇਹਨਾਂ ਨੂੰ ਖੜੇ ਹੋਣ ਨੂੰ ਚਾਹਾਂਗੇ। ਖੂਨ ਟੈਸਟ ਕਰਾਂਗੇ, ਇਹ ਸਾਰੇ ਚਿੱਟੇ ਖੂਨ ਵਾਲੇ ਉੱਥੇ ਬੋਲਦੇ ਕੋਈ ਨਹੀਂ ਤੇ ਡਰਾਫਟ ਨਾ ਚੜਾਉਂਦੇ ਆ ਇਹ। ਜੀ ਠੀਕ ਹੈ। ਕੀ ਲੱਗਦਾ ਹੁਣ ਗ੍ਰਾਫ 'ਚ ਸੁਧਾਰ ਆਜੂ ਕੋਈ ਆਮ ਆਦਮੀ ਪਾਰਟੀ ਦੀ ਜਿਹੜੀ ਇਮੇਜ ਨੂੰ ਸੱਟ ਵੱਜੀ ਆ? ਜਦੋਂ ਆਪਾਂ ਕਿਸੇ ਨਾਲ ਮਾੜਾ ਕਰੀਏ ਤਾਂ ਇੰਨੀ ਛੇਤੀ ਲੋਕੀ ਭੁੱਲ ਜਾਣਗੇ। ਜਿਨ੍ਹਾਂ ਦੇ ਦਿਲਾਂ ਤੇ ਬੀਤੀਆਂ ਉਹਨਾਂ ਨੂੰ ਪਤਾ ਨਾ। ਅਸੀਂ ਤਾਂ ਆਪਣੇ ਸਾਧੂ ਸੀ, ਖੇਤਾਂ 'ਚ ਸਾਡੀ ਭਗਤੀ ਉੱਥੇ ਅਸੀਂ ਕਰ ਰਹੇ ਆ। ਇਹਨਾਂ ਸਾਨੂੰ ਸੜਕਾਂ ਦੇ ਇੰਨੇ ਦਿਨ ਰੋਲਣ ਨੂੰ ਹੋ ਗਏ ਆ, ਇੰਨੀ ਛੇਤੀ ਤਾਂ ਨਹੀਂ ਭੁੱਲਦੇ। ਫਿਰ ਇਹ ਵੀ ਗੱਲ ਹੈ ਨਾ, ਕਾਂਗਰਸ ਨੇ 1984 'ਚ ਜੋ ਕੁਝ ਕੀਤਾ ਉਹਨੂੰ ਭੁੱਲ ਕੇ ਵੀ 2 ਵਾਰੀ ਸਰਕਾਰ ਬਣਾ ਹੀ ਦਿੱਤੀ। ਅਸੀਂ ਤਾਂ ਜੀ ਉਹ ਹਜੇ ਤਾਈਂ ਯਾਦ ਰੱਖਿਆ ਆ, ਪਰ ਜਿਹੜੇ ਭੁੱਲ ਗਏ ਉਹਨਾਂ ਨੂੰ ਯਾਦ ਕਰ ਲੈਣਾ ਚਾਹੀਦਾ। ਠੀਕ ਹੈ ਜੀ, ਧੰਨਵਾਦ। ਇੱਧਰ ਜਾਣ ਲੈਂਦੇ ਆ, ਕੀ ਲੱਗਦਾ ਕੋਈ ਗ੍ਰਾਫ 'ਚ ਸੁਧਾਰ ਹੋਊਗਾ ਜਾਂ ਫਿਰ ਲੋਕ ਇਸ ਗੱਲ ਨੂੰ ਭੁੱਲ ਜਾਣਗੇ ਜੋ ਕੁਝ ਹੋਇਆ ਹੁਣ? ਇਹ ਤਾਂ ਜੀ ਕੋਈ ਗ੍ਰਾਫ 'ਚ ਸੁਧਾਰ ਨਹੀਂ ਹੋਣਾ। ਇਹ ਤਾਂ ਆਮ ਪਾਰਟੀ ਵਾਲਿਆਂ ਨੂੰ ਵੀ ਪਤਾ ਆ ਉਹਨਾਂ ਨਾਲ ਕੀ ਹੋਣਾ। ਉਹ ਤਾਂ ਹੁਣ ਮਤਲਬ ਬੇਸ਼ਰਮ ਬੰਦੇ ਆ, ਥੁੱਕ ਕੇ ਚੱਟੀ ਜਾਂਦੇ ਆ, ਯੂ ਟਰਨ ਲਈ ਜਾਂਦੇ ਆ।
ਤੇ ਇਹ ਲੋਕਾਂ ਦਾ ਜਿਹੜਾ ਰੋਹ ਆ ਇਹ ਤਾਂ ਇਸੇ ਤਰ੍ਹਾਂ ਰਹਿਣਾ, ਹਜੇ ਕੋਈ ਦਿਲਾਂ 'ਚ ਬਸ ਗਿਆ। ਠੀਕ ਹੈ ਜੀ। ਸੋ ਇਹ ਕੁੱਕੜ ਪਿੰਡ ਹੈ, ਇਸੇ ਕੈਂਟ ਹਲਕੇ ਦੇ, ਜਲੰਧਰ ਕੈਂਟ ਹਲਕੇ ਦੇ ਕਰੀਬ 6 ਪਿੰਡ ਸੀ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਗ੍ਰਾਫ 'ਚ ਕੋਈ ਸੁਧਾਰ ਦੇਖਦੇ ਹੋ ਆਊਗਾ? ਇਹ ਕਿਤੇ ਸਰਕਾਰ ਦੇ ਕਿ ਸਾਡੇ? ਸਰਕਾਰ ਦੇ, ਤੁਹਾਡੇ ਤਾਂ ਆਊਗਾ। ਸਾਡਾ ਤਾਂ ਗ੍ਰਾਫ ਤਾਂ ਹੀ ਰਹਿਣਾ। ਇਹ ਹੁਣ ਭਗਵੰਤ ਮਾਨ ਦੇਖੇ ਆਪਣੇ ਗ੍ਰਾਫ 'ਚ, ਮਤਲਬ ਜਿੱਦਾਂ ਹੁਣ ਆਹ ਜਿਹੜਾ ਫੈਸਲਾ ਨਾ ਯੂ ਟਰਨ ਲਿਆ, ਉੱਤੋਂ ਭਾਪੇ ਹੋਣਾ ਤੋਂ ਗਾਲਾਂ ਵੀ ਪੈਂਦੀਆਂ ਹੋਣੀਆਂ, ਤੇ ਹੁਣ ਇਦਾਂ ਕੋਈ ਜਿਹੜੀ 15-20 ਸਾਲ ਦੀ ਕੋਈ ਪੁਰਾਣੀ ਨਹੀਂ ਪਈ ਹੁੰਦੀ ਦੇਸੀ, ਉਹ ਪੀਵੇ, ਉਹ ਚੜ੍ਹਨੀ, ਬਾਕੀ ਚੜ੍ਹਨੋਂ ਹੀ ਹਟ ਜਾਣੀਆਂ ਉਹਨੂੰ, ਇਦਾਂ ਦੇ ਹਾਲਾਤ ਹੋ ਜਾਣੇ ਉਹਦੇ। ਹਾਂਜੀ, ਮਤਲਬ ਇਸ ਵੇਲੇ ਜੋ ਹਾਲਾਤ ਆ ਉਹ, ਕਿਉਂਕਿ ਇਦਾਂ ਆ ਵੀ ਅੱਗੇ ਤੇ ਸਾਹ ਮਾੜਾ ਮੋਟਾ ਆਉਂਦਾ ਸੀਗਾ, ਤੇ ਉਹ ਮਤਲਬ 2-4 ਦਿੱਲੀ ਵਾਲੇ ਸੀਗੇ, ਹੁਣ ਸਾਰਾ ਟੱਬਰ ਉਧਰੋਂ ਲੋਕਾਂ ਨੇ, ਦਿੱਲੀ ਵਾਲਿਆਂ ਨੇ ਵਿਹਲਾ ਕਰਤਾ, ਉਹ ਭਗਵੰਤ ਮਾਨ ਦੇ ਮੋਢਿਆਂ ਤੇ ਆਣ ਕੇ ਬਹਿ ਗਿਆ। ਉਹ ਸਵੇਰ ਨੂੰ ਆਣ ਕੇ ਇਦਾਂ ਇੱਥੋਂ ਫੜ ਕੇ ਗਿੱਤੀਓਂ ਲੈ ਜਾਂਦੇ, ਕਦੇ ਉਹਨੂੰ ਲੈ ਜਾਂਦੇ, ਕਦੇ ਉਹਨੂੰ ਲੈ ਜਾਂਦੇ। ਆਹ ਤਾਂ ਹਾਲਾਤ ਪੱਤਰਕਾਰ ਸਾਹਿਬ ਬਣੇ ਪਏ। ਤਾਂ ਪੰਜਾਬ 'ਚ ਆ ਗਏ, ਹੁਣ ਪੰਜਾਬ ਵਾਲੇ ਕਿੱਥੇ ਜਾਣਗੇ? ਪੰਜਾਬ ਵਾਲਿਆਂ ਨੂੰ ਦੇਖ ਲਓ, ਇੱਕ ਵੀ ਅਹੁਦਾ ਦਿੱਲੀ 'ਚ ਨਹੀਂ ਮਿਲਿਆ, ਦਿੱਲੀ ਵਾਲੇ ਸਾਰੇ ਪੰਜਾਬ 'ਚ। ਕਹਿੰਦਾ ਉਹ ਤਾਂ ਫੇਰ ਹੋਰ ਕਿਤੇ ਅਡਾਰੀ ਮਾਰ ਜਾਣਗੇ, ਹੁਣ ਇਹ ਸਾਡੇ ਵਾਲੇ ਕਿੱਥੇ ਜਾਣੇ ਆ? ਇਹ ਪੰਜਾਬ ਵਾਲਾ ਤਾਂ ਔਖਾ ਕੰਮ ਹੋਣਾ। ਨਹੀਂ ਲੱਗਦਾ ਸਾਰੇ ਆਸਟ੍ਰੇਲੀਆ ਜਾਣਗੇ। ਇੱਕ ਮੈਂ ਪੰਜਾਬ ਦੇ ਲੋਕਾਂ ਨੂੰ ਹੋਰ ਚੀਜ਼ ਤੋਂ ਸੁਚੇਤ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ, ਵੀ ਅੱਗੇ ਤਾਂ ਇਦਾਂ ਸੀ ਨਾ ਵੀ ਇਹਨਾਂ ਦੀ ਚਲੋ ਦਿੱਲੀ 'ਚ ਵੀ ਸਰਕਾਰ ਸੀ, ਇੱਥੇ ਵੀ ਸਰਕਾਰ ਸੀ, ਇਹ ਜਿਹੜੀਆਂ ਦੂਜੀਆਂ ਸਟੇਟਾਂ ਵਿੱਚ ਇਲੈਕਸ਼ਨਾਂ ਲੜਦੇ ਸੀ, ਉਹਨਾਂ ਲਈ ਜਿਹੜਾ ਫੰਡ ਹੁੰਦਾ ਸੀ ਉਹ ਇੱਧਰੋਂ ਉੱਧਰੋਂ ਕਰ ਕੇ ਜਿਹੜੇ ਵੱਡੇ ਘਰਾਣਿਆਂ ਨੂੰ ਇਹ ਫਾਇਦੇ ਦਿੰਦੇ ਆ ਪੰਜਾਬ ਵਿੱਚ, ਜਾਂ ਇੱਥੇ ਵੀ ਇਕੱਲੇ ਅਬਾਨੀ ਅਡਾਨੀ ਨਹੀਂ, ਹੋਰ ਵੀ ਘਰਾਣੇ ਹੈਗੇ ਜਿਨ੍ਹਾਂ ਨੂੰ ਇਹ ਸਰਕਾਰਾਂ ਫਾਇਦੇ ਦਿੰਦੀਆਂ। ਪੰਜਾਬ ਦੇ ਲੋਕੋ ਇੱਕ ਚੀਜ਼ ਤੋਂ ਸੁਚੇਤ ਰਹੀਓ, ਹੁਣ ਕੱਲਾ ਪੰਜਾਬ ਹੀ ਇਹਨਾਂ ਦੇ ਕੋਲ ਆ। ਮਤਲਬ ਜੇ ਤੁਸੀਂ ਨਹੀਂ ਅਵੇਅਰ ਹੁੰਦੇ 27 ਵਿੱਚ ਇਹਨਾਂ ਦਾ ਜਦੋਂ ਤੀਲਾ ਨਹੀਂ ਕਰਦੇ, ਤੇ ਮੁੜ ਕੇ ਤੁਹਾਡੇ ਪੰਜਾਬ ਦੇ ਜਿਹੜੇ ਕਰਪਸ਼ਨ ਦੇ ਪੈਸੇ ਤੋਂ ਸਾਰੀਆਂ ਸਟੇਟਾਂ ਵਿੱਚ ਇਲੈਕਸ਼ਨ ਲੜੀ ਜਾਣੀ। ਭਾਈ ਇਹ ਗੱਲ ਦਾ ਧਿਆਨ ਰੱਖਿਓ, ਤੁਹਾਡੀ ਜਿਹੜਾ ਦਸਾਂ ਨੂੰਹਾਂ ਦੀ ਕਿਰਤ ਕਮਾਈ ਦਾ ਜਿਹੜਾ ਪੈਸਾ ਆ ਲੁੱਟਿਆ ਜਾ ਰਿਹਾ ਤਰੀਕੇ ਦੇ ਨਾਲ, ਉਹ ਦੂਜੀਆਂ ਸਟੇਟਾਂ ਦੀਆਂ ਇਲੈਕਸ਼ਨਾਂ ਵਿੱਚ ਇਹ ਲਾਉਣਗੇ। ਇਸ ਗੱਲ ਤੋਂ ਵੀ ਅਵੇਅਰ ਰਹੋ। ਧੰਨਵਾਦ। ਜਦੋਂ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਪੰਜਾਬ 'ਚ ਹੁੰਦੇ ਨੇ ਤਾਂ ਪੰਜਾਬ ਦੇ ਬਾਰਡਰਾਂ ਦੇ ਉੱਪਰ ਕਿਸਾਨਾਂ ਨੂੰ ਤਸ਼ੱਦਦ ਕੀਤਾ ਜਾਂਦਾ, ਰੱਜ ਕੇ ਕੁੱਟਿਆ ਜਾਂਦਾ, ਟਰਾਲੀਆਂ ਤੱਕ ਨਹੀਂ ਲੱਭਦੀਆਂ। ਪਰ ਜਦੋਂ ਉਹੀ ਕੇਜਰੀਵਾਲ, ਉਹੀ ਮੁੱਖ ਮੰਤਰੀ ਸਾਹਿਬ ਗੁਜਰਾਤ ਚਲੇ ਜਾਂਦੇ ਨੇ, ਉੱਥੇ ਉਹਨਾਂ ਨੂੰ ਹੇਜ ਆਉਂਦਾ ਕਿਸਾਨਾਂ ਦਾ। ਉਹ ਉੱਥੇ ਜਾ ਕੇ ਕਹਿੰਦੇ ਨੇ ਵੀ ਸਾਡੇ ਕਿਸਾਨਾਂ ਦੇ ਉੱਪਰ ਜਦੋਂ ਕੇਂਦਰ ਸਰਕਾਰ ਤਸ਼ੱਦਦ ਕਰਦੀ ਹੈ, ਸਾਡੇ ਤੋਂ ਝੱਲਿਆ ਨਹੀਂ ਜਾਂਦਾ। ਪੰਜਾਬ ਦੇ ਵਿੱਚ ਕਹਿੰਦੇ ਜਾ ਕੇ ਦੇਖੋ, ਅਸੀਂ ਸਿੱਖਿਆ ਕ੍ਰਾਂਤੀ ਦੀ ਹਨੇਰੀ ਲਿਆਂਦੀ ਪਈ ਹੈ, ਸਿਹਤ ਕ੍ਰਾਂਤੀ ਦੀ ਹਨੇਰੀ ਲਿਆਂਦੀ ਪਈ ਹੈ। ਉਸੇ ਹੀ ਪੰਜਾਬ ਦੇ ਜਲੰਧਰ ਦੇ ਵਿੱਚ ਆਕਸੀਜਨ ਦੀ ਕਮੀ ਦੇ ਨਾਲ ਲੋਕ ਮਰ ਜਾਂਦੇ ਨੇ, ਤੇ ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਵੀ ਹੁੰਦੀ ਹੈ ਤਾਂ ਇਨਵੈਸਟੀਗੇਸ਼ਨ ਇਸ ਗੱਲ ਦੀ ਹੁੰਦੀ ਹੈ ਵੀ ਆਕਸੀਜਨ ਕਿਉਂ ਲੀਕ ਹੋਈ, ਕਿੱਥੇ ਲੀਕ ਹੋਈ। ਜਿਹੜੇ ਲੋਕ ਮਰੇ ਉਹ ਸਿਰਫ ਆਂਕੜਾ ਬਣ ਕੇ ਰਹਿ ਗਏ, ਉਹਨਾਂ ਨੂੰ ਬਿਨਾਂ ਪੋਸਟਮਾਰਟਮ ਦੇ ਲਾਸ਼ਾਂ ਘਰੇ ਭੇਜਣੀਆਂ ਪਈਆਂ ਤੇ ਉਹਨਾਂ ਦੇ ਸੰਸਕਾਰ ਤੇਜ਼ੀ ਦੇ ਨਾਲ ਕਰਾ ਦਿੱਤੇ। ਆ ਇਹਨਾਂ ਦੀ ਸਿਹਤ ਕ੍ਰਾਂਤੀ ਹੈ। ਤੇ ਸਿੱਖਿਆ ਕ੍ਰਾਂਤੀ ਇੱਥੇ ਤੋਂ ਥੋੜੀ ਦੂਰ ਹੀ ਨੰਗਲ ਕਰਾਰਖਾਂ ਜਿਹੜਾ ਪਿੰਡ ਹੈ, ਉਸ ਪਿੰਡ ਦੇ ਸਕੂਲ ਦੀ ਹਾਲਤ ਜਾ ਕੇ ਤੁਸੀਂ ਦੇਖ ਸਕਦੇ ਹੋ। ਸਿੱਖਿਆ ਕ੍ਰਾਂਤੀ ਤੁਹਾਨੂੰ ਉੱਥੋਂ ਦਿਖ ਜਾਊਗੀ। ਰੋ ਲੋਕਾਂ ਦੇ ਵਿੱਚ ਜਿਉਂਦਾ ਤੋਂ ਹੈ। ਗ੍ਰਾਫ ਇਹਨਾਂ ਨੇ ਦੱਸ ਦਿੱਤਾ ਕਿੱਥੇ ਖੜਾ ਹੈ। ਲੜਦੇ ਲੋਕਾਂ ਦੀ ਜਿੱਤ ਹੈ। ਲੜਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਹੈ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।